ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨਦਰ ਕਰਨੀ ਮਹਾਰਾਜ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। फूल छेमो हमरी प्रभापन फूलनहार कहाँ को मोसो, काहे रे बन खोजन जाई सर्व निवासी सदा लेपा तोहे संग समाई। वाहिगुरु जी का खालसा वाहिगुरु जी की फतेह। सिद्ध गोष्ठ दी असी बाणी विचारन निकले। गुरु नानक साहब दी है ਖਵਾਕ ਬਾਣੀ ਹੈ, ਜਿਹਦੇ ਵਿੱਚ ਸਿੱਧਾਂ ਨਾਲ ਸਿੱਧ ਯੋਗੀਆਂ ਨਾਲ ਇੱਕ ਡਾਇਲੋਗ ਚੱਲਦਾ ਹੈ, ਔਰ ਇਹ ਡਾਇਲੋਗ ਵੀ ਬਹੁਤ ਉੱਤਮ ਨੇਚਰ ਦਾ ਡਾਇਲੋਗ ਹੈ, ਜਿਹਦੇ ਵਿੱਚ ਸਿੱਧ ਯੋਗੀ ਗੁਰੂ ਸਾਹਿਬ ਨੂੰ ਦੁਨੀਆ ਦਾ ਜੀਵਨ ਦਾ ਤੱਤ ਗਿਆਨ ਪੁੱਛਦੇ ਹਨ। ਸਾਹਿਬ ਇਸ ਪ੍ਰਸ਼ਨ ਉੱਤਰ ਦੇ ਵਿੱਚ ਜੀਵਨ ਦੀ ਡੂੰਘਾਈ ਵਿੱਚ ਉਤਰ ਕੇ ਇਹਨਾਂ ਦੇ ਸੱਤ ਨੂੰ ਸਾਨੂੰ ਰਿਵੀਲ ਕਰਦੇ ਹਨ। ਹੈ ਤਾਂ ਇਹ ਯੋਗੀਆਂ ਦੇ ਵਿੱਚ ਔਰ ਗੁਰੂ ਨਾਨਕ ਸਾਹਿਬ ਦੇ ਵਿੱਚ ਵਾਰਤਾਲਾਪ, ਪਰ ਅਸਲ ਵਿੱਚ ਮੇਰੇ ਮਨ ਦੀ ਤਹਿ ਵਿੱਚ ਇਹ ਮੇਰੇ ਅੰਤਰ ਦਾ ਜਵਾਬ ਔਰ ਪ੍ਰਸ਼ਨ ਚੱਲ ਰਿਹਾ ਹੈ। ਜੀਵਨ ਵਿੱਚ ਮੈਂ ਵੀ ਕੁਝ ਪ੍ਰਸ਼ਨ ਪੁੱਛਦਾ ਹਾਂ, ਮੈਂ ਵੀ ਕੁਝ ਢੂੰਡਦਾ ਹਾਂ, ਮੈਂ ਵੀ ਠੋਕਰਾਂ ਖਾ ਕੇ ਗਲਤ ਰਾਹ 'ਤੇ ਜਾਂਦਾ ਹਾਂ, ਮੈਂ ਵੀ ਜਿਗਿਆਸੂ ਬਣ ਕੇ ਜੀਵਨ ਦੇ ਵਿੱਚ ਜਿਸ ਤਰ੍ਹਾਂ ਮੇਰਾ ਮਨ ਵੀ ਪ੍ਰਸ਼ਨ ਉਠਾਉਂਦਾ ਹੈ ਜੀਵਨ ਬਾਰੇ, ਜਾਂ ਮਨ ਦੇ ਵਿੱਚ ਵੀ ਇੱਕ ਭਾਲ ਹੈ, ਇੱਕ ਸਰਚ ਹੈ, ਔਰ ਉਹ ਸਰਚ ਹੀ ਮੈਨੂੰ ਜਗ੍ਹਾ ਜਗ੍ਹਾ ਲੈ ਜਾਂਦੀ ਹੈ, ਭਾਵੇਂ ਪਰਿਵਾਰ ਵਿੱਚ, ਭਾਵੇਂ ਸੁਸਾਇਟੀ ਵਿੱਚ, ਭਾਵੇਂ ਮੇਰੇ ਕਾਰੋਬਾਰ ਵਿੱਚ, ਭਾਵੇਂ ਮੇਰੇ ਜੀਵਨ ਦੇ ਹੋਰ ਪਹਿਲੂਆਂ ਵਿੱਚ। ਇਹ ਸਰਚ ਹੀ ਮੈਨੂੰ ਲਿਜਾ ਰਹੀ ਹੈ। ਇਹਨੂੰ ਇਸ ਤਰ੍ਹਾਂ ਨਹੀਂ ਸਮਝ ਪਾਉਂਦੇ ਅਸੀਂ, ਜਿਵੇਂ ਅਸੀਂ ਇਹਨੂੰ ਥੋੜ੍ਹਾ ਜਿਹਾ ਇਹਨਾਂ ਸ਼ਬਦਾਂ ਨੂੰ ਸ਼ਬਦ ਦੀ ਤਰ੍ਹਾਂ ਨਾ ਦੇਖ ਕੇ ਕੋਸ਼ਿਸ਼ ਕਰਾਂਗੇ ਕਿ ਅੱਜ ਇਹਨਾਂ ਸ਼ਬਦਾਂ ਨੂੰ ਖੋਲ੍ਹ ਲਈਏ। ਹਾਊ all these issues become relevant to me in my life। ਬਾਅਦ ਦਫਾ ਸਾਡੇ ਪ੍ਰਚਾਰਕ ਸ਼੍ਰੇਣੀ ਵਿੱਚ ਇਹ ਹੁੰਦਾ ਹੈ ਕਿ ਸ਼ਬਦ ਟੂ ਸ਼ਬਦ ਰਿਪਲੇਸਮੈਂਟ ਹੋ ਜਾਂਦੀ ਹੈ। ਜਿਵੇਂ ਸਹਿਜ ਸ਼ਬਦ ਹੈ, ਸਹਿਜ ਦਾ ਮੈਂ ਮੀਨਿੰਗ ਦੇ ਦਿੱਤਾ, ਇੱਕ ਥਿਰਤਾ ਕਹਿ ਦਿੱਤਾ, ਤਾਂ ਇੱਕ ਸ਼ਬਦ ਦੂਸਰੇ ਨਾਲ ਰਿਪਲੇਸ ਹੋ ਗਿਆ। ਪਰ ਰੈਲੇਵੈਂਟ ਹੁਣ ਇਹ ਹੈ ਕਿ these need to be broken down to my level of understanding of how they affect my daily life, how the understanding of Gurbani or Guru Nanak's word is relevant to me in my everyday life. That's, I think, the crux of the matter। ਕਿਉਂਕਿ ਅਗਰ ਇਸ ਨੂੰ ਮੈਂ ਰੈਲੇਵੈਂਟ ਆਪਣੇ ਜੀਵਨ ਵਿੱਚ ਕਰ ਪਾਵਾਂਗਾ ਤਾਂ ਹੀ ਮੈਂ ਇਹਨੂੰ ਜਾਣ ਪਾਵਾਂਗਾ। ਨਹੀਂ ਤਾਂ ਇੱਕ ਗੁਰਬਾਣੀ ਔਰ ਜੀਵਨ ਦੇ ਵਿੱਚ ਇੱਕ ਭੇਦ ਰਹੇਗਾ, ਇੱਕ ਡਿਫਰੈਂਸ ਰਹੇਗਾ, ਜਿਵੇਂ ਕਿ ਅਲੱਗ ਡਾਇਮੈਂਸ਼ਨਸ ਆਫ ਲਾਈਫ ਹੁੰਦੀਆਂ ਔਰ ਇੱਕ ਦੂਜੇ ਨਾਲ ਨਹੀਂ ਰਲੇਗੀ। ਵਨ ਵਿਲ ਨਾਟ ਇੰਪੈਕਟ ਦੀ ਅਦਰ। ਬਦਫਾ ਇਹੀ ਹੁੰਦਾ ਹੈ। ਔਰ ਇਸ ਤੋਂ ਸਭ ਤੋਂ ਜ਼ਿਆਦਾ ਰਿਲੇਵੈਂਟ ਕੰਟੈਕਟ ਪੁਆਇੰਟ ਮੈਂ ਕਹਾਂਗਾ ਉਹ ਦੁੱਖ ਹੈ, ਜਾਂ ਇਸ ਦੁੱਖ ਨੂੰ ਕਨਫਿਊਜ਼ਨ ਵੀ ਕਹਿ ਸਕਦਾ, ਜਾਂ ਇਸ ਨੂੰ ਫੇਅਰ ਵੀ ਕਹਿ ਸਕਦੇ ਹਾਂ। ਫੇਅਰ ਆਫ ਡੈਥ ਇੱਕ ਬੜਾ ਵੱਡਾ ਸਟਿਮੂਲੈਂਟ ਹੈ। ਉਸੇ ਫੀਅਰ ਤੋਂ ਸਾਰੇ ਫੀਅਰਸ ਆਉਂਦੇ ਹਨ। ਐਵਰੀ ਲਾਸ ਇਜ਼ ਏ ਰਿਫਲੈਕਸ਼ਨ ਆਫ ਦੀ ਅਲਟੀਮੇਟ ਲਾਸ ਐਟ ਡੈਥ। ਇਹ ਵੀ ਬੜਾ ਵੱਡਾ ਸਟਿਮੂਲੈਂਟ ਹੈ, ਕਿਉਂਕਿ ਮੈਂ ਜੀਵਨ ਵਿੱਚ ਬਹੁਤ ਕੁਝ ਕਮਾ ਲਵਾਂ,
ਬਹੁਤ ਕੁਝ ਕਮਾ ਲਿਆ ਔਰ ਜਾਣ ਲਵਾਂ, ਪਰ ਮੈਂ ਜੀਵਨ ਦੇ ਅਲਟੀਮੇਟ ਟਰੁੱਥ ਨੂੰ ਨਹੀਂ ਜਾਣ ਪਾ ਰਿਹਾ ਕਿ ਮੇਰੇ ਨਾਲ ਹੋਏਗਾ ਕੀ। ਫੀਅਰ ਆਫ ਅਨਨੋਨ ਵੀ ਹੈ। ਮੈਂ ਸਰੀਰ ਛੱਡਾਂਗਾ ਤਾਂ ਫਿਰ ਅੰਤ ਹੈ, ਉਸ ਤੋਂ ਬਾਅਦ ਕੀ ਹੈ। ਇਸ ਜੀਵਨ ਦੇ ਵਿੱਚ ਜਦੋਂ ਮੌਤ ਆ ਜਾਏਗੀ ਤਾਂ ਦੁਨੀਆ ਵਿੱਚ ਬਹੁਤ ਲੋਕ ਅਸੀਂ ਕਹਿੰਦੇ ਹਾਂ ਕਿ ਨਾਲ ਥੋੜ੍ਹੀ ਲੈ ਕੇ ਜਾਣਾ ਹੈ। ਸੱਚੀ ਗੱਲ ਹੈ, ਪਰ ਕੁਝ ਤਾਂ ਨਾਲ ਲਿਜਾਣਾ ਹੈ, ਜਾਂ ਕੁਝ ਨਹੀਂ ਲਿਜਾਣਾ ਤਾਂ ਕੀ ਨਹੀਂ ਲਿਜਾਣਾ, ਔਰ ਜਾਣਾ ਕਿੱਥੇ ਹੈ। ਇਹ ਪ੍ਰਸ਼ਨ ਸਾਨੂੰ ਬੜਾ ਡਰਾਉਂਦੇ ਹਨ। ਤਾਂ ਅਸੀਂ ਜੋ ਨੋਨ ਹੈ ਉਸ ਨੂੰ ਪਕੜ ਕੇ ਗ੍ਰਿਪ ਬੜੀ ਜ਼ੋਰ ਨਾਲ ਕਰਦੇ ਹਾਂ, ਕਿਉਂਕਿ ਡੈਥ ਤੋਂ ਡਰ ਬੜਾ ਲੱਗਦਾ ਹੈ। ਇਹ ਇੱਕ ਸਟਿਮੂਲੈਂਟ ਹੈ। ਦਰਅਸਲ ਜੀਵਨ ਵਿੱਚ ਮੈਂ ਦੇਖਿਆ ਕਿ ਕੋਈ ਵੀ ਇਮੋਸ਼ਨ ਨੈਗੇਟਿਵ ਨਹੀਂ ਹੋਣ ਜ਼ਰੂਰੀ ਨਹੀਂ ਹੈ। ਹਰ ਇਮੋਸ਼ਨਲ ਨੈਗੇਟਿਵ ਇਮੋਸ਼ਨ ਨੂੰ ਪੋਜ਼ਿਟਿਵ ਐਨਰਜੀ ਵਿੱਚ ਕਨਵਰਟ ਕੀਤਾ ਜਾ ਸਕਦਾ ਹੈ। I can use it to drive myself in the other direction. ਤਾਂ ਇਹ ਜਿਹੜੀ ਬਾਣੀ ਹੈ, ਇਹ ਜੀਵਨ ਦੇ ਤੱਤ ਗਿਆਨ ਬਾਰੇ ਗੱਲ ਕਰਦੀ ਹੈ। ਜੀਵਨ ਦੇ ਉਹ ਰਹੱਸ ਖੋਲ੍ਹਦੀ ਹੈ ਜਿਹੜੇ ਸ਼ਾਇਦ ਸਾਨੂੰ ਕਦੇ ਵੀ ਨਾ ਸਮਝ ਆਉਣ। ਪਰ ਹੁਣ ਸ਼ਬਦ ਇੱਕ ਬੜਾ ਡੂੰਘਾ ਕਨਸੈਪਟ ਹੈ, ਉਹਨੂੰ ਵਰਬਲਾਈਜ਼ ਕਰਨਾ ਬਹੁਤ ਮੁਸ਼ਕਿਲ ਹੈ। ਇੱਥੇ ਸਾਨੂੰ ਥੋੜ੍ਹਾ ਅਭਿਆਸ ਦੀ ਲੋੜ ਪੈ ਜਾਏਗੀ। ਕੁਝ ਸਮਾਂ ਮੈਂ ਸ਼ਬਦ ਦੇ ਨਾਲ ਆਪਣੇ ਮਨ ਔਰ ਸ਼ਬਦ ਨੂੰ ਰੁਝਾਵਾਂ, ਉਹਦੇ ਵਿੱਚ ਉਤਰਾਂ। ਭਾਵੇਂ ਉਹ ਗੁਰਬਾਣੀ ਦਾ ਮੂਲ ਮੰਤਰ ਹੀ ਹੋਏ, ਇਕਾਗਰ ਮਨ ਨਾਲ ਮੈਂ ਇਸ ਸ਼ਬਦ ਨਾਲ ਸਾਂਝ ਪਾਵਾਂ, ਟੂਗੈਦਰਨੈਸ। ਮੈਂ ਇਸ ਸ਼ਬਦ ਨੂੰ ਜਾਣਨ ਵਾਸਤੇ ਸਮਾਂ ਦਿਆਂ, ਤਾਂ ਇਹਦਾ ਜਿਹੜਾ ਮਨ ਦਾ ਕਨੈਕਸ਼ਨ ਹੈ, ਮਾਈਂਡ ਦਾ ਕਨੈਕਸ਼ਨ ਹੈ, ਅਗਰ ਇਹ ਬੈਠ ਜਾਏ ਤਾਂ ਜੀਵਨ ਦੀ ਪਲਤਾਂ ਖੁੱਲ੍ਹਣੀਆਂ ਸ਼ੁਰੂ ਹੋ ਜਾਂਦੀਆਂ। ਮਿਸਟਰੀ ਸਟਾਰਟਸ ਅਨਰਿਵੀਲਿੰਗ ਇਟਸੈਲਫ। ਇਸ਼ੂ ਇਹ ਬਣਦਾ ਹੈ ਕਿ ਅਸੀਂ ਪੂਰਾ ਜੀਵਨ ਜੀ ਲੈਂਦੇ ਹਾਂ, ਪਰ ਸਾਨੂੰ ਜੀਵਨ ਸਮਝ ਹੀ ਨਹੀਂ ਆਉਂਦਾ ਹੈ ਕਿ ਅਸੀਂ ਵਨ ਸਿਚੁਏਸ਼ਨ ਤੋਂ ਨੈਕਸਟ 'ਤੇ ਚਲਦੇ ਹੀ ਜਾਂਦੇ ਹਾਂ। ਫਰੋਮ ਵਨ ਚੇਂਜ ਟੂ ਅਨਦਰ, ਸਟਾਰਟ ਕੋਪਿੰਗ ਵਿਦ ਐਵਰੀਥਿੰਗ। ਬਟ ਅਲਟੀਮੇਟਲੀ ਕੀ ਹੈ, ਹੱਥ ਵਿੱਚ ਕੀ ਆਇਆ? ਬਹੁਤ ਕੁਝ ਆਇਆ, ਪਰ ਜੀਵਨ ਤਾਂ ਜੋ ਕੁਝ ਦੇਗਾ ਸਭ ਕੁਝ ਲੈ ਲੇਗਾ। ਜੋ ਟੈਂਜੀਬਲ ਹੈ ਜੀਵਨ ਵਿੱਚ, ਉਹ ਤਾਂ ਕੁਝ ਵੀ ਹੱਥ ਵਿੱਚ ਨਹੀਂ ਰਹੇਗਾ। ਮੈਂ ਕੁਝ ਵੀ ਕਮਾਇਆ, ਈਵਨ ਅਨਟੈਂਜੀਬਲ ਵੀ ਕਿਸੇ ਹੱਦ ਤੱਕ ਚਲਾ ਜਾਏਗਾ। ਮੈਂ ਕੋਈ ਬਹੁਤ ਵੱਡੀ ਡਿਗਰੀ ਕਾਇਮ ਕੀਤੀ, ਆਕਸਫੋਰਡ ਵਿੱਚ ਮੈਂ ਪ੍ਰੋਫੈਸਰ ਬਣ ਗਿਆ, ਇੱਕ ਜੀਵਨ ਵਿੱਚ ਸਟੇਬਿਲਿਟੀ ਆ ਗਈ। ਜੀਵਨ ਦੀ ਸਟੇਬਿਲਿਟੀ ਨੂੰ ਮੈਂ ਫਿਰ ਇੰਜੋਏ ਕਰਨਾ ਸ਼ੁਰੂ ਕੀਤਾ, ਪਰ ਮੈਂ ਭੁੱਲ ਗਿਆ ਕਿ ਇਹ ਸਟੇਬਿਲਿਟੀ ਤਾਂ ਬੜਾ ਫਰਜਾਈਲ ਹੈ। ਕੁਝ ਇੱਕ ਐਲੀਮੈਂਟ ਚੇਂਜ ਹੋਣ ਨਾਲ ਸਭ ਕੁਝ ਬਦਲ ਜਾਏਗਾ। ਮੈਂ ਇਸ ਚੀਜ਼ ਤੋਂ ਤਾਂ ਵਾਂਚਿਤ ਰਿਹਾ, ਪਰੇ ਹੀ ਰਿਹਾ ਕਿ ਇਹ ਜਿਹੜੀ ਸਟੇਬਿਲਿਟੀ ਨੂੰ ਮੈਂ ਦੇਖ ਰਿਹਾ ਹਾਂ, ਇਹ ਰੀਅਲ ਨਹੀਂ ਹੈ, ਪਰ ਉਸ ਸਟੇਬਿਲਿਟੀ ਦੀ ਵੈਲਿਊ ਹੈ। ਅਸੀਂ ਉਸ ਸਟੇਬਲ ਟਾਈਮ ਵਿੱਚ, ਜਦੋਂ ਸਾਨੂੰ ਜੀਵਨ ਵਿੱਚ ਸਮਾਂ ਮਿਲਿਆ, ਪੀਸ ਆਫ ਮਾਈਂਡ ਮਿਲੀ, ਅਗਰ ਅਸੀਂ ਜੀਵਨ ਦੇ ਤੱਤ ਦੀ ਡੂੰਘਾਈ ਵਿੱਚ ਉਤਰ ਸਕਦੇ ਹਾਂ ਤਾਂ ਉੱਥੇ ਅਸੀਂ ਕੁਝ ਕਮਾ ਸਕਦੇ ਹਾਂ ਜਿਹੜਾ ਨਾਲ ਜਾਏਗਾ। ਇਹਨੂੰ ਗੁਰੂ ਨਾਨਕ ਨੇ ਨਾਮ ਕਿਹਾ, ਔਰ ਇਸ ਨਾਮ ਦੇ ਨਾਲ ਬਹੁਤ ਸਾਰੀ ਇਮੋਸ਼ਨਸ ਰਿਲੇਟਡ ਹਨ। ਸਭ ਤੋਂ ਪਹਿਲਾਂ ਸੁੱਖ ਹੈ, ਅਨਕੰਡੀਸ਼ਨਲ ਹੈਪੀਨੈਸ। ਫਿਰ ਇਹਦੇ ਨਾਲ ਪ੍ਰੇਮ ਰਿਲੇਟਡ ਹੈ, ਅਨਕੰਡੀਸ਼ਨਲ ਲਵ। ਫਿਰ ਇਹਦੇ ਨਾਲ ਫਰੀडम ਰਿਲੇਟਡ ਹੈ, ਆਜ਼ਾਦੀ।
ਫਿਰ ਇਹਦੇ ਨਾਲ ਇੱਕ ਫਾਊਂਡੇਸ਼ਨ ਰਿਲੇਟਡ ਹੈ ਜੀਵਨ ਦੀ, ਜਿਹੜੀ ਸਟੇਬਲ ਹੈ, ਜਿਸ ਨੂੰ ਸਦਾ ਕਹਿੰਦੇ ਹੈ। ਬੜਾ ਪਿਆਰਾ ਸ਼ਬਦ ਹੈ ਸਦਾ, ਬਹੁਤ ਕੁਝ ਐਕਸਪਲੇਨ ਕਰ ਦਿੰਦਾ ਹੈ। ਕਿਉਂਕਿ ਜੀਵਨ ਵਿੱਚ ਸਦਾ ਕੀ ਹੈ, ਇਹੀ ਨਹੀਂ ਮੈਂ ਜਾਣਦਾ ਹਾਂ। ਜੇ ਮੈਂ ਇਸ ਸਦਾ ਨੂੰ ਕਦੇ ਜਾਣ ਲਵਾਂ, ਕਿਹੜੀ ਚੀਜ਼ ਸਦਾ ਲਈ ਹੈ, ਜੇ ਮੈਂ ਉਸੇ ਨੂੰ ਢੂੰਡਣ ਵਿੱਚ ਨਿਕਲ ਜਾਵਾਂ ਕਿ ਸਦਾ ਲਈ ਕੀ ਹੈ, ਮੈਨੂੰ ਤਾਂ ਇਹ ਵੀ ਨਹੀਂ ਸਮਝ ਆਉਂਦੀ ਕਿ ਮੈਂ ਸਦਾ ਲਈ ਹਾਂ, ਮੇਰੀ ਆਈਡੈਂਟੀਟੀ ਸਦਾ ਲਈ ਹੈ। ਕਿਸ ਚੀਜ਼ ਦੀ ਮੈਂ ਭਾਲ ਵਿੱਚ ਲੱਭਾਂ ਕਿ ਮੈਨੂੰ ਉਹ ਦਿਖੇ ਜਿਹੜਾ ਜੀਵਨ ਵਿੱਚ ਸਦਾ ਲਈ ਹੈ। ਮੇਰੇ ਕੋਲ ਸਭ ਕੁਝ ਲਿਆ ਜਾਏ ਜੀਵਨ ਦਾ, ਪਰ ਉਹ ਵਸਤੂ ਨਾ ਲਿਜਾ ਸਕੇ ਕੋਈ। ਇਹ ਅਸਲ ਕਮਾਈ ਹੈ ਜੀਵਨ ਦੀ, ਕਿਉਂਕਿ that which can be taken away from us is actually never with us। ਉਹ ਜਿਹੜਾ ਮੇਰੇ ਤੋਂ ਸਮੇਂ ਵਿੱਚ ਕੋਈ ਵੀ ਕਿਸੇ ਵੀ ਕਾਰਨ ਲਿਜਾ ਸਕਦਾ ਹੈ, ਉਹ ਵਸਤੂ ਮੇਰੀ ਹੈ ਹੀ ਨਹੀਂ। ਉਹ ਤਾਂ ਇੱਕ ਟ੍ਰਾਂਜ਼ਿਸ਼ਨਲ ਫੇਜ਼ ਹੈ, ਜਿਹਦੇ 'ਚ ਮੈਂ ਟ੍ਰਾਂਜ਼ਿਟ ਕਰ ਰਿਹਾ ਉਸ ਐਕਸਪੀਰੀਅੰਸ ਦੇ ਥਰੂ। ਉਹ ਪਰਮਾਨੈਂਟ ਉਹਦੇ 'ਚ ਕੁਝ ਨਹੀਂ ਹੈ। ਮੇਰੇ ਕੋਲ ਕੋਈ ਵਸਤੂ ਹੈ, ਕੋਈ ਰਿਲੇਸ਼ਨਸ਼ਿਪ ਹੈ, ਕੋਈ ਅਹੁਦਾ ਹੈ, ਕੋਈ ਪਾਵਰ ਹੈ, ਕੋਈ ਮਨੀ ਹੈ, ਇਹ ਸਭ ਕੁਝ ਚਲੇ ਜਾਣਗੇ। ਤਾਂ ਮੇਰੇ ਕੋਲ ਹੈ ਕੀ? ਇਹੀ ਜੀਵਨ ਦੀ ਭਾਲ ਹੈ। ਜਦੋਂ ਮੈਂ ਉਸ ਚੀਜ਼ ਨੂੰ ਪਾ ਲਵਾਂਗਾ ਜਿਹੜੀ ਮੇਰੇ ਤੋਂ ਕੋਈ ਕਦੇ ਵੀ ਨਹੀਂ ਲੈ ਪਾਉਂਦਾ, ਤਾਂ ਫਿਰ ਪਾਵਰ ਅਸਲ ਵਿੱਚ ਦਿਖੇਗੀ। ਕਿਉਂਕਿ ਜਦ ਤੱਕ ਮੇਰੇ ਕੋਲ ਉਹ ਸਭ ਕੁਝ ਹੈ ਜਿਹੜਾ ਲਿਜਾਇਆ ਜਾ ਸਕਦਾ ਹੈ, ਐਂਡ ਆਈ ਆਈਡੈਂਟੀਫਾਈ ਮਾਈ ਸੈਲਫ ਵਿਦ ਦੈਟ। ਇਹ ਜ਼ਰੂਰੀ ਗੱਲ ਹੈ ਸਮਝਣੀ, ਕਿਉਂਕਿ ਵਸਤੂਆਂ ਤੇ ਅਸੀਂ ਸਾਰੇ ਵਰਤਦੇ ਹਾਂ। ਬ੍ਰਹਮ ਗਿਆਨੀ ਵਸਤੂ ਨੂੰ ਇਸ ਤਰ੍ਹਾਂ ਵਰਤਦਾ ਹੈ ਕਿ ਉਹ ਅੱਜ ਹੈ ਕੱਲ ਨਾ ਵੀ ਹੋਏ। ਔਰ ਬ੍ਰਹਮ ਗਿਆਨੀ ਮਨ ਦੀ ਉਸ ਅਵਸਥਾ ਨੂੰ ਜਾਣਦਾ ਹੈ ਜਿਹਦੇ 'ਚ ਸਦਾ ਲਈ ਹੈ। ਕੀ ਹੈ ਸਦਾ ਲਈ? ਨਾਨਕ ਭਗਤਾਂ ਸਦਾ ਵਿਗਾਸ, ਸਦਾ ਖੁਸ਼ੀ ਹੈ। ਹੁਣ ਅਗਰ ਮੈਨੂੰ ਕੋਈ ਦਰਅਸਲ ਜੀਵਨ ਵਿੱਚ ਇਹ ਸਮਝਾ ਦੇ ਕਿ ਮੇਰੇ ਮਨ ਦੇ ਵਿੱਚ ਇੱਕ ਇਹੋ ਜਿਹੀ ਅਵਸਥਾ ਹਾਜ਼ਰ ਹੈ ਜਿਹਦੇ ਵਿੱਚ ਸਦਾ ਲਈ ਸੁੱਖ ਹੈ, ਮੇਰਾ ਜੀਵਨ ਕਿਵੇਂ ਬਦਲ ਜਾਏਗਾ ਕਿ ਮੈਨੂੰ ਕਿਸੇ ਪਦਾਰਥ ਦੀ ਲੋੜ ਨਹੀਂ ਹੈ ਉਸ ਨੂੰ ਐਕਸਪੀਰੀਅੰਸ ਕਰਨ ਵਾਸਤੇ। ਨਾਨਕ ਭਗਤਾਂ ਸਦਾ ਵਿਗਾਸ। ਜਿਹੜੇ ਅਸਲ ਭਗਤ ਨੇ ਉਹਨਾਂ ਦੇ ਮਨ ਵਿੱਚ ਸਦਾ ਵਿਗਾਸ ਹੈ। ਇਹਨੂੰ ਲਾਈਟਲੀ ਨਾ ਲਈਏ ਸਦਾ ਸ਼ਬਦ ਨੂੰ, ਕਿਉਂਕਿ ਇਹੀ ਚੀਜ਼ ਤਾਂ ਮੈਨੂੰ ਡਰਾਉਂਦੀ ਹੈ ਜੀਵਨ ਬਾਰੇ, ਕਿ ਜੀਵਨ ਸਦਾ ਲਈ ਨਹੀਂ ਹੈ। ਨਾਨਕ ਭਗਤਾਂ ਸਦਾ ਵਿਗਾਸ। ਸੁਣਿਐ ਦੁੱਖ ਪਾਪ ਕਾ ਨਾਸ। ਦੁੱਖ ਔਰ ਪਾਪ ਦਾ ਨਾਸ ਹੋ ਜਾਏਗਾ ਸਦਾ ਲਈ। ਕੀ ਸੁਣਨਾ ਹੈ? ਸੁਣਨਾ ਇੱਕ ਐਕਸਪੀਰੀਅੰਸ ਹੈ। ਸ਼ਬਦ ਨੂੰ ਸੁਣ ਲੈਣਾ ਔਰ ਇਸ ਸ਼ਬਦ ਦੇ ਨਾਲ ਮੀਟਿੰਗ ਵਿਦ ਗੋਡ ਹੈ। ਕਿਹੜਾ ਸ਼ਬਦ ਹੈ? ਸ਼ਬਦ ਇੱਕ ਅਨਡਿਫਾਈਨਡ ਕਮੋਡਿਟੀ ਨੂੰ ਸਮਝੀਏ। ਨਿਰੰਕਾਰ ਦਾ ਨਾਮ, ਗੋਡ ਹੈਡ ਦਾ ਨਾਮ ਸ਼ਬਦ ਕਿਹਾ ਜਾਏ, ਪਰ ਉਹ ਸ਼ਬਦ ਗੁਰੂ ਨਾਨਕ ਦੇ ਘਰ ਵਿੱਚ ਰਿਵੀਲ ਹੋ ਕੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ, ਜਿਹੜਾ ਗੁਰੂ ਨਾਨਕ ਨੂੰ ਰਿਵੀਲ ਹੋਇਆ ਹੈ। ਫਿਰ ਕੀ ਇਸ਼ੂ ਕੀ ਬਣਦਾ ਹੈ? ਫਿਰ ਸਾਡੇ ਕੋਲ ਉਹ ਸ਼ਬਦ ਹਾਜ਼ਰ ਹੈ। ਉਸ ਸ਼ਬਦ ਦੇ ਰਾਹੀਂ ਮੇਰੇ ਕੋਲ ਉਹ ਐਕਸਪੀਰੀਅੰਸ ਆ ਸਕਦਾ ਹੈ ਜਿਹਦੇ ਵਿੱਚ ਮੈਂ ਆਪਣੇ ਮਨ ਦੀ ਉਸ ਅਵਸਥਾ ਨੂੰ ਜਾਣ ਲਵਾਂ ਜਿਹੜੀ ਮੇਰੇ ਕੋਲ ਸਦਾ ਲਈ ਹਾਜ਼ਰ ਹੈ। ਫਿਰ ਇਸ਼ੂ ਕੀ ਹੈ? ਦੋ ਇਹਦੇ ਵਿੱਚ ਸੀਰੀਅਸ ਇਸ਼ੂਜ਼ ਨੇ। ਇੱਕ ਤਾਂ ਅਸੀਂ ਜੀਵਨ ਵਿੱਚ ਉਹ ਸੀਰੀਅਸ ਪ੍ਰਸ਼ਨ ਹੀ ਨਹੀਂ ਪੁੱਛਦੇ ਜਿਹਦੇ ਨਾਲ ਅਸੀਂ ਸ਼ਬਦ ਵੱਲ ਟੁਰੀਏ। ਅਸੀਂ ਦੁੱਖ ਨੂੰ ਅਵੋਇਡ ਕਰਦੇ ਹਾਂ ਜੀਵਨ ਵਿੱਚ, ਅਤੇ ਜਦੋਂ ਦੁੱਖ ਨੂੰ ਅਵੋਇਡ ਕਰਦੇ ਹਾਂ ਫਿਰ ਅਸੀਂ ਜੀਵਨ ਨੂੰ ਕੰਪਲੀਟਲੀ ਨਹੀਂ ਜਾਣਦੇ ਹਾਂ।
ਇਸ ਕਰਕੇ ਸਾਨੂੰ ਸਮਝ ਨਹੀਂ ਆਉਂਦਾ ਕਿ ਜੀਵਨ ਦਾ ਤੱਤ ਵਿੱਚ ਦੁੱਖ ਹੈ। ਜੀਵਨ ਦਾ ਸੱਤ ਜਿਹੜਾ ਹੈ, ਟਰੁਥ ਜਿਹੜਾ ਹੈ, ਉਹ ਦੁੱਖ ਹੈ, ਕਿਉਂਕਿ ਅਵੋਇਡ ਕਰ ਰਹੇ ਹਾਂ। we are not feeling that pain, we are not processing it inside, so we are not aware that life is very painful. ਸੁੱਖ ਤਾਂ ਇੱਕ ਟ੍ਰਾਂਜ਼ੀਐਂਟ ਫੇਜ਼ ਹੈ। ਹਮਜ਼ਾ ਗੌਸ਼ ਦੀ ਇਹ ਕਥਾ ਗੁਰੂ ਨਾਨਕ ਦੀ ਬੜੀ ਪਿਆਰੀ ਹੈ। ਕਿਸੇ ਦਿਨ ਖੋਲ ਕੇ ਪਿਆਰ ਨਾਲ, ਮਰਨਾ ਸੱਚ, ਜੀਣਾ ਝੂਠ। ਇਸੇ ਤਰ੍ਹਾਂ ਅਸੀਂ ਡੈਥ ਨੂੰ ਵੀ ਅਵੋਇਡ ਕਰਦੇ ਹਾਂ, ਕਿਉਂਕਿ ਵੀ ਅਵੋਇਡ ਪੇਨ ਐਂਡ ਦ ਮੋਸਟ ਪੇਨਫੁਲ ਥਿੰਗ ਇਨ ਲਾਈਫ ਇਜ਼ ਡੈਥ। ਅਸੀਂ ਉਹਨੂੰ ਅਵੋਇਡ ਕਰਦੇ ਹਾਂ, ਤਾਂ ਫਿਰ ਅਸੀਂ ਜੀਵਨ ਨੂੰ ਪੂਰੀ ਤਰ੍ਹਾਂ ਜਾਣ ਹੀ ਨਹੀਂ ਪਾਉਂਦੇ। ਕਿਉਂਕਿ ਅਸੀਂ ਨਹੀਂ ਜਾਣ ਪਾਉਂਦੇ, ਇਸ ਕਰਕੇ ਉਹ ਪ੍ਰਸ਼ਨ ਨਹੀਂ ਪੁੱਛਦੇ ਅਸੀਂ ਜੀਵਨ ਬਾਰੇ ਜਿਹੜੇ ਸਾਨੂੰ ਸੱਤ ਵੱਲ ਲਿਜਾਣਗੇ। ਤਾਂ ਅਸੀਂ ਕੀ ਕਰਦੇ ਹਾਂ? ਅਸੀਂ ਭ੍ਰਮਣ ਕਰਦੇ ਰਹਿੰਦੇ ਹਾਂ। ਫਰੋਮ ਵਨ ਟੂ ਅਨਦਰ ਵੀ ਕੀਪ ਟ੍ਰਾਂਜ਼ਿਟਿੰਗ ਇਨਟੂ one experience to another which doesn't change much inside us. ਤਾਂ ਗੁਰੂ ਨਾਨਕ ਦੀ ਹੈ ਜਿਹੜੀ ਬਾਣੀ ਸਿੱਧ ਗੋਸ਼ਟ ਹੈ, ਇਹਦੀ ਰਹਾਉ ਦੀ ਤੁਕ, ਫੰਡਾਮੈਂਟਲ ਥਾਟ ਇਸ ਬਾਣੀ ਦੀ ਇਹੀ ਹੈ। ਕਿਆ ਭਵੀਏ ਸੱਚ ਸੂਚਾ ਹੋਏ। ਕਿੱਥੇ ਭ੍ਰਮਣ ਕਰ ਰਹੇ ਹੋ? ਕਿੱਥੇ ਟੁਰ ਰਹੇ ਹੋ ਮਹਾਰਾਜ? ਸੱਚ ਨੂੰ ਜਾਣਾਂਗੇ ਤਾਂ ਸੱਚੇ ਹੋ ਜਾਵਾਂਗੇ। ਇੱਧਰ ਉੱਧਰ ਬਾਹਰ ਜਾਣ ਦੀ ਕੋਈ ਲੋੜ ਨਹੀਂ ਹੈ। ਸਾਚ ਸ਼ਬਦ, ਸੱਚੇ ਦੇ ਬਖਸ਼ੇ ਸ਼ਬਦ ਨਾਲ ਬਿਨ ਮੁਕਤ ਨਾ ਕੋਏ। ਉਹਦੇ ਬਿਨਾਂ ਕੋਈ ਮੁਕਤੀ ਨਹੀਂ ਜਾਣਦਾ। ਮੁਕਤੀ ਨੂੰ ਅਸੀਂ ਆਜ਼ਾਦੀ ਗਿਣੀਏ। ਜਿੰਦੇ ਜੀ ਹੀ ਮੁਕਤ ਹੋਣ ਦਾ ਮਤਲਬ ਹੈ ਜਿਸ ਨੇ ਮਨ ਦਾ ਉਸ ਅਵਸਥਾ ਨੂੰ ਜਾਣ ਲਿਆ ਜਿਹੜੀ ਉਸ ਤੋਂ ਕੋਈ ਖੋ ਨਹੀਂ ਸਕਦਾ। ਬਾਰ-ਬਾਰ ਭਗਤ ਰਵਿਦਾਸ ਦਾ ਇੱਕ ਸ਼ਬਦ ਸਾਹਮਣੇ ਆਉਂਦਾ ਹੀ ਹੈ, ਬੇਗਮਪੁਰਾ ਸ਼ਹਿਰ ਕੋ ਨਾਉ। ਉਹ ਐਸੇ ਸ਼ਹਿਰ ਦੀ ਗੱਲ ਕਰਦੇ ਹੈ ਜਿੱਥੇ ਗਮ ਨਹੀਂ ਹੈ। ਉਸ ਸ਼ਬਦ ਵਿੱਚ ਇੱਕ ਲਾਈਨ ਆਉਂਦੀ ਹੈ, ਆਵਾ ਗਾਮ ਸਦਾ ਮਸ਼ਹੂਰ, ਉਹਾਂ ਗਮੀ ਵਸੇ ਮਾਮੂਰ। ਤਿਉਂ ਤਿਉਂ ਸੈਲ ਕਰੇ ਜੋ ਪਾਵੇ, ਮਹਿਰਮ ਮਹਿਲ ਨਾ ਕੋ ਅਟਕਾਵੇ। ਆਵਾ ਗਾਮ ਐਵਰਗ੍ਰੀਨ, ਕਦੇ ਪਤਝੜ ਨਹੀਂ ਹੁੰਦਾ ਉੱਥੇ। ਸਦਾ ਮਸ਼ਹੂਰ, ਉਹਾਂ ਗਨੀ ਵਸੇ ਮਾਮੂਰ। ਉੱਥੇ ਉਹ ਰੱਬ ਵਸਦਾ ਹੈ ਉਸ ਅਵਸਥਾ ਵਿੱਚ। ਔਰ ਕੀ ਕਰਦਾ ਮੈਂ ਉੱਥੇ? ਤਿਉਂ ਤਿਉਂ ਸੈਲ ਕਰੇ ਜਿਉਂ ਭਾਵੇ। ਜਿਵੇਂ ਮੇਰਾ ਜੀ ਕਰਦਾ ਮੈਂ ਇੱਥੇ ਕਰਦਾ ਹਾਂ। ਇਹ ਅਸਲ ਆਜ਼ਾਦੀ ਹੈ। ਅਸੀਂ ਬਾਦਫਾ ਜੀਵਨ ਔਰ ਮਰਨ ਦੀ ਮੁਕਤੀ ਨੂੰ ਆਜ਼ਾਦੀ ਗਿਣਦੇ ਹਾਂ। ਅਸਲ ਆਜ਼ਾਦੀ ਇਹ ਹੈ ਕਿ ਜੋ ਮੈਂ ਚਾਹਾਂ ਮੈਂ ਕਰਾਂ। ਦੈਟਸ ਦ ਮੀਨਿੰਗ ਆਫ ਫਰੀਡਮ। ਕਿਸੇ ਵੀ ਅਵਸਥਾ ਨਾਲ ਮੈਨੂੰ ਤੁਸੀਂ ਅਗਰ ਬੰਨ੍ਹ ਦਿਓਗੇ ਤਾਂ ਉਹ ਸਾਰਾ ਹੀ ਸਟੇਲ ਹੋ ਜਾਏਗੀ। If you tie me to something without my will, it's not freedom. Freedom ਦਾ ਮਤਲਬ ਹੈ ਜਿਵੇਂ ਮੈਂ ਚਾਹੁੰਦਾ ਉਵੇਂ ਮੈਂ ਕਰਾਂ। ਤਿਉਂ ਤਿਉਂ ਸੈਲ ਕਰੇ ਜਿਉਂ ਭਾਵੇ, ਮਹਿਰਮ ਮਹਿਲ ਨਾ ਕੋ ਅਟਕਾਵੇ। ਕੋਈ ਮਹਿਰ ਨਹੀਂ ਅਟਕਾਉਂਦਾ ਇੱਥੇ। ਇੱਥੇ ਇੱਕ ਨਦਰ ਹੋ ਰਹੀ ਹੈ, ਇੱਕ ਗ੍ਰੇਸ ਹੈ ਵਿਕਾਸ ਦੀ, ਖੁਸ਼ੀ ਦੀ। ਉਹ 'ਚ ਕੋਈ ਅਟਕ ਨਹੀਂ ਪੈ ਸਕਦੀ। ਇਹੀ ਤਾਂ ਅਸੀਂ ਲੱਭਦੇ ਹਾਂ। We seek happiness and permanent happiness forever. ਜੂਡੋ ਕ੍ਰਿਸ਼ਨਾਮੂਰਤੀ ਇਸ ਵੇਲੇ ਦਾ ਇੱਕ ਬੜਾ ਵਿਦਵਾਨ ਗਿਣਿਆ ਹੈ। ਕਿਤਨੇ ਹੀ ਲੱਖਾਂ ਲੈਕਚਰ ਨੇ, ਪਰ ਉਹਨੂੰ ਸੁਣਦੇ ਹੋਏ ਥੋੜ੍ਹਾ ਜਿਹਾ ਇਹ ਮਹਿਸੂਸ ਹੁੰਦਾ ਹੈ ਕਿ ਸਭ ਕੁਝ ਥਾਟ ਦੇ ਅੰਦਰ ਹੀ ਚੱਲ ਰਿਹਾ ਹੈ। ਥੋੜ੍ਹਾ ਜਿਹਾ ਇੱਥੇ ਕਨਫਿਊਜ਼ਨ ਲੱਗਦੀ ਹੈ ਮੈਨੂੰ, ਕਿਉਂਕਿ ਥਾਟ ਦੇ ਵਿੱਚ ਕੋਈ ਆਨਸਰਸ ਨਹੀਂ ਹਨ। ਇਹਦੇ ਬਿਯੋਂਡ ਜਾਣਾ ਪੈਂਦਾ ਹੈ। ਜਿਵੇਂ ਰੂਮੀ ਕਹਿੰਦਾ ਸੀ ਕਿ ਬਿਯੋਂਡ ਸੁੱਖ ਔਰ ਦੁੱਖ ਦੇ ਪਾਰ, ਪੇਨ ਐਂਡ ਪਲੇਜਰ ਦੇ ਪਾਰ ਇੱਕ ਗਾਰਡਨ ਹੈ। ਉੱਥੇ ਮਿਲ ਮੈਨੂੰ। ਜਿਹੜਾ ਸੁੱਖ ਔਰ ਦੁੱਖ ਹੈ ਇਸ ਦੇ ਅੱਗੇ ਜਾ ਕੇ
ਇੱਕ ਹੋਰ ਅਵਸਥਾ ਹੈ, ਮੈਨੂੰ ਉੱਥੇ ਮਿਲ। ਇਸ ਸੁੱਖ ਔਰ ਦੁੱਖ ਦੇ ਅੰਦਰ ਕੋਈ ਜਵਾਬ ਨਹੀਂ ਹੈ, ਕੋਈ ਪ੍ਰਸ਼ਨ ਨਹੀਂ ਹੈ, ਕੇਵਲ ਘੁੰਮਣ ਘੇਰੀਆਂ ਹੀ ਹਨ। ਇਸ ਕਰਕੇ ਸਪਿਰਿਚੁਅਲ ਸੁੱਖ ਨੂੰ ਇੱਕ ਐਬਸੋਲੂਟ ਨਾਮ ਦਿੱਤਾ ਹੈ, ਆਨੰਦ, ਜਿਹਦੀ ਕੋਈ ਆਪੋਜ਼ਿਟ ਨਹੀਂ ਹੈ। ਆਓ ਅਸੀਂ ਕੱਲ੍ਹ ਪਹਿਲੀ ਪੌੜੀ ਵਿਚਾਰੀ ਸੀ, ਅੱਜ ਦੂਜੀ ਔਰ ਤੀਜੀ ਪੌੜੀ ਵਿਚਾਰਾਂਗੇ। ਜਸਬੀਰ ਜੀ ਪੜ੍ਹ ਦੇਣ। ਪਹਿਲੀ ਪੌੜੀ ਵਿੱਚ ਪ੍ਰਸ਼ਨ ਨੇ ਜਿਹੜੇ ਸਿੱਧਾਂ ਨੇ ਗੁਰੂ ਨਾਨਕ ਨੂੰ ਪੁੱਛੇ ਹਨ। ਅਸੀਂ ਕੱਲ੍ਹ ਇਹ ਬਰੀਫ ਡਿਸਕਸ ਕੀਤੀ ਸੀ ਕਿ ਸਿੱਧ ਦੀ ਬਾਣੀ ਮਲਟੀਪਲ ਡਿਸਕੋਰਸਿਸ ਨੇ ਵਿਦ ਦ ਯੋਗੀਜ਼, ਔਰ ਉਹਦੇ ਚੋਂ ਨਾਨਕ ਮਤਾ, ਰੀਠਾ ਸਾਹਿਬ, ਸੁਮੇਰ ਪਰਬਤ, ਔਰ ਫਿਰ ਆਖਰੀ ਡਿਸਕੋਰਸ 1539 ਵਿੱਚ ਬਿਟਵੀਨ ਫੈਬਰਰੀ ਮਾਰਚ ਸ਼ਿਵਰਾਤ ਦੇ ਮੇਲੇ ਦੇ ਵਿੱਚ ਹੋਇਆ, ਜਦੋਂ ਗੁਰੂ ਸਾਹਿਬ ਆਪਣੇ ਸਰੀਰ ਛੱਡਣ ਦੇ ਆਖਰੀ ਸਾਲ ਵਿੱਚ ਸਨ। ਉਹ 1539 ਦੀ ਗੱਲ ਹੈ। ਅਚਲ ਬਟਾਲਾ ਅਸੀਂ ਡਿਸਕਸ ਕੀਤਾ ਸੀ। ਕਰਤਾਰਪੁਰ ਤੋਂ 21 ਕਿਲੋਮੀਟਰ ਦੂਰ ਬਟਾਲਾ ਹੈ, ਉੱਥੋਂ 3 ਕਿਲੋਮੀਟਰ ਦੂਰ ਇੱਕ ਮੰਦਿਰ ਹੈ ਯੋਗੀਆਂ ਦਾ, ਅਚਲ ਨਾਮ ਹੈ ਉਹਦਾ। ਇਹ ਡਿਸਕੋਰਸ ਉੱਥੇ ਹੋਇਆ। ਜਸਬੀਰ ਜੀ ਇਹ 2 ਪੌੜੀਆਂ ਪੜ੍ਹ ਦੇਣਗੇ, ਫਿਰ ਅਸੀਂ ਇਹਦੀ ਵਿਚਾਰ ਸ਼ੁਰੂ ਕਰਦੇ ਹਾਂ। ਐਂਡ ਆਈ ਵਿਲ ਟਰਾਈ ਐਂਡ ਬ੍ਰੇਕ ਇਟ ਡਾਊਨ ਟੂ ਹਾਊ ਇਟ ਬਿਕਮਸ ਰੈਲੇਵੈਂਟ ਟੂ ਮੀ ਐਂਡ ਟੂ ਯੂ। ਵਾਹਿਗੁਰੂ ਜੀ। कवन तुम्हें क्या नाम तुम्हारा, कौन मार्ग कौन स्वाओ, अरदास हमारी हाँ संत जना बल जाओ। कवन तुम्हें क्या नाम तुम्हारा, कौन मार्ग कौन स्वाओ, साच कहो अरदास हमारी हाँ संत जना बल जाओ। कह बैसो कह रही है बल, कह आवे कह जाओ। नानक बोले सुन बैरागी, क्या तुम्हारा राहो। कह बैसो कह रही है बाले, कह आवे कह जाओ। नानक बोले सुन बैरागी, क्या तुम्हारा राहो। कट कट बैस निरंतर रही है, चाले सतगुर पाए। सहज आए हुक्म सिधाए, नानक सदा रजाए। कट कट बैस निरंतर रही है, चाले सतगुर पाए। सहज आए हुक्म सिधाए, नानक सदा रजाए। आसन बैसन थिर नारायण, ऐसी गुरमत पाए। गुरमुख बूझै आप पछाणै, सच्चे सच समाए। आसन बैसन थिर नारायण, ऐसी गुरमत पाए। गुरमुख बूझै आप पछाणै, सच्चे सच समाए। वाहिगुरु जी का खालसा, वाहिगुरु जी की फतेह। ਵਾਹਿਗੁਰੂ ਜੀ। ਇਹ 2 ਪੌੜੀਆਂ ਇਕੱਠੇ ਪੜ੍ਹੀਆਂ ਹੈ ਭਾਈ ਸਾਹਿਬ ਨੇ। ਕਾਰਨ ਕੀ ਹੈ ਕਿ ਇੱਕ ਵਿੱਚ ਪ੍ਰਸ਼ਨ ਹਨ ਔਰ ਦੂਜੇ ਵਿੱਚ ਗੁਰੂ ਨਾਨਕ ਸਾਹਿਬ ਦੇ ਉੱਤਰ ਹਨ। ਪਰ ਜਦੋਂ ਇਹਦੇ ਵਿੱਚ ਥੋੜ੍ਹਾ ਜਿਹਾ ਸੰਭਾਲ ਕੇ ਪੜ੍ਹੀਏ ਤਾਂ ਕੁਝ ਸਮਝ ਆਉਂਦਾ ਹੈ ਕਿ ਇਹ 2 ਡਾਇਮੈਂਸ਼ਨਸ ਵਿੱਚ ਗੱਲ ਹੋ ਰਹੀ ਹੈ। ਮੈਂ ਆਪ ਨਾਲ ਸ਼ੇਅਰ ਕਰਦਾ ਹਾਂ। ਕਵਣ ਤੁਮੇ ਕਿਆ ਨਾਉ ਤੁਮਾਰਾ, ਕੌਣ ਮਾਰਗ ਕੌਣ ਸਿਆਓ। ਆਪ ਨਾਲ ਜਦੋਂ ਮੈਂ ਡਿਸਕਸ ਕਰਦਾ ਇਹ 2 ਪਲੇਨਸ ਵਿੱਚ ਗੱਲ ਚੱਲੇਗੀ। ਇੱਕ ਤਾਂ ਲਿਟਰਲ ਮੀਨਿੰਗ ਔਰ ਦੂਸਰਾ ਉਹਦਾ ਭਾਵ ਅਰਥ
ਉਹਦਾ ਤੱਤ ਗਿਆਨ ਜਿਹੜਾ ਮੇਰੇ ਮਨ ਨਾਲ ਰਿਲੇਸ਼ਨ ਰੱਖਦਾ ਹੈ। ਅਤੇ ਇਹ ਦੋ ਡਿਫਰੈਂਟ ਡਾਇਮੈਂਸ਼ਨਸ ਵਿੱਚ ਇਹ ਗੱਲ ਚੱਲੇਗੀ। ਪਰ ਇੱਥੇ ਇਹ ਲੱਗਦਾ ਇਹਨਾਂ ਦੋਨੋਂ ਪੌੜੀਆਂ ਵਿੱਚ ਕਿ ਇਹ ਦੋਨੋਂ ਡਾਇਮੈਂਸ਼ਨਸ ਵਿੱਚ ਗੱਲ ਵੈਸੇ ਹੀ ਚੱਲ ਰਹੀ ਹੈ। ਇੱਕ ਲਿਟਰਲ ਮੀਨਿੰਗ ਜਦੋਂ ਅਸੀਂ ਦੇਖੀਏ ਤਾਂ ਸਿੱਧ ਪੁੱਛ ਰਹੇ ਹਨ ਕਿ ਕੌਣ ਤੁਮੇ, ਤੁਸੀਂ ਕੌਣ ਹੋ, ਕਿਆ ਨਾਉ ਤੁਮਾਰਾ, ਤੁਹਾਡਾ ਨਾਉ ਕੀ ਹੈ, ਕੌਣ ਮਾਰਗ ਕੌਣ ਸਿਆਓ, ਕੀ ਤੁਹਾਡਾ ਮਾਰਗ ਹੈ ਔਰ ਕੀ ਤੁਹਾਡਾ ਗੋਲ ਹੈ, ਕੀ ਤੁਹਾਡਾ ਤਤਪਰਯ ਹੈ, ਕਿਸ ਫੋਕਸ ਵੱਲ ਤੁਸੀਂ ਜਾ ਰਹੇ ਹੋ। ਗੁਰੂ ਸਾਹਿਬ ਇੱਕ ਬੰਦ ਵਿੱਚ ਇਹਦਾ ਜਵਾਬ ਦਿੰਦੇ ਹਨ ਬਹੁਤ ਬਰੀਫਲੀ, ਔਰ ਫਿਰ ਸਿੱਧ ਦੁਬਾਰਾ ਪੁੱਛਦੇ ਹਨ, ਕਹਿ ਬੈਸੋ ਕਹਿ ਰਹੀਏ ਬਾਲੇ। ਲੱਗਦਾ ਇਹ ਹੈ ਜਿਵੇਂ ਕਿ ਯੰਗ ਏਜ ਵਿੱਚ ਗੁਰੂ ਸਾਹਿਬ ਗਏ ਹਨ, ਕਿਉਂਕਿ ਦੂਸਰੀ ਔਰ ਪਹਿਲੀ ਉਦਾਸੀ ਉਹ ਨਾਨਕ ਮਤਾ ਔਰ ਫਿਰ ਸੁਮੇਰ ਪਰਬਤ ਵਾਲੀ ਹੈ। ਤਾਂ ਗੁਰੂ ਸਾਹਿਬ ਨੂੰ ਸਿੱਧ ਬੋਲ ਕਹਿੰਦੇ ਹਨ, ਕਹਿ ਬੈਸੋ ਹੋ ਕਹਿ ਰਹੀਏ ਬਾਲੇ, ਕਹਿ ਆਵੋ ਕਹਿ ਜਾਓ। ਕਿੱਥੇ ਤੁਸੀਂ ਵਾਸ ਕਰਦੇ ਹੋ, ਕਿੱਥੇ ਰਹਿੰਦੇ ਹੋ, ਕਿੱਥੋਂ ਆ ਰਹੇ ਹੋ, ਕਿੱਥੇ ਜਾ ਰਹੇ ਹੋ। ਨਾਨਕ ਬੋਲੇ ਸੁਣ ਬੈਰਾਗੀ ਕਿਆ ਤੁਮਾਰਾ ਰਾਹੋ। ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਉਹਨਾਂ ਨੂੰ ਪੁੱਛ ਰਹੇ ਹਨ ਸਿੱਧ, ਸੁਣ ਬੈਰਾਗੀ ਕਿਆ ਤੁਮਾਰਾ ਰਾਹੋ। ਥੋੜ੍ਹਾ ਜਿਹਾ ਡੂੰਘਾਈ ਵਿੱਚ ਦੇਖਣਾ ਪਏਗਾ ਇਸ ਪੌੜੀ ਨੂੰ। ਇਹ ਸਾਰੇ ਸਪਿਰਿਚੁਅਲ ਕੁਐਸਚਨਸ ਹਨ। ਗੁਰੂ ਨਾਨਕ ਸਾਹਿਬ ਦਾ ਨਾਮ ਇਜ਼ ਨਾਟ ਰਿਲੇਵੈਂਟ ਟੂ ਦ ਸਿੱਧਸ, ਬਟ ਉਹਨਾਂ ਦੇ ਜਿਹੜੇ ਪ੍ਰਸ਼ਨਸ ਹਨ, ਉਹਨਾਂ ਦੇ ਜਿਹੜੇ ਕੁਐਸਚਨਸ ਹਨ, ਉਹ ਸਪਿਰਿਚੁਅਲਿਟੀ ਨਾਲ ਰਿਲੇਸ਼ਨ ਰੱਖਦੇ ਹੈ। ਔਰ ਜਿਹੜਾ ਆਨਸਰ ਹੈ ਉਹ ਸਪਿਰਿਚੁਅਲ ਲੈਵਲ 'ਤੇ ਹੈ। ਇਸ ਕਰਕੇ ਸਾਨੂੰ ਲੱਗਦਾ ਹੈ ਕਿ ਸਿੱਧ ਜਿਹੜੇ ਹਨ ਗੁਰੂ ਸਾਹਿਬ ਨੂੰ ਨਾਮ ਪੁੱਛ ਰਹੇ ਹਨ, ਪਰ ਨਾਮ ਤੋਂ ਇੱਥੇ ਭਾਵ ਹੈ, ਲੱਗਦਾ ਹੈ ਕਿ ਸਟੇਟਸ ਕੀ ਹੈ, ਤੁਹਾਡੀ ਸਪਿਰਿਚੁਅਲਿਟੀ ਦਾ ਸਟੇਟਸ ਕੀ ਹੈ, ਤੁਹਾਡੇ ਸਪਿਰਿਚੁਅਲ ਬੀਇੰਗ ਦਾ ਕੀ ਮਤਲਬ ਹੈ, ਇਸ ਸਪਿਰਿਚੁਅਲ ਮਾਰਗ ਤੁਹਾਡੇ ਕੋਲ ਕਿਹੜਾ ਹੈ, ਇਹ ਜਿਹੜੀ ਸਪਿਰਿਚੁਅਲਿਟੀ ਹੈ ਇਹਦਾ ਕੀ ਗੋਲ ਹੈ। ਕੌਣ ਸੁਆਓ, ਇਹ ਸਾਨੂੰ ਵੀ ਪੁੱਛਣਾ ਬਣਦਾ ਹੈ ਕਿ ਮੈਂ ਸਪਿਰਿਚੁਅਲਿਟੀ ਵੱਲ ਕਿਉਂ ਇਨਕਲਾਈਨ ਹੋਵਾਂ, ਮੈਨੂੰ ਕੀ ਲੋੜ ਹੈ। ਰੋਜ਼ਮर्रा ਦਾ ਜੀਵਨ ਤਾਂ ਚੱਲਦਾ ਹੀ ਹੈ। ਵਾਟ ਇਜ਼ ਦ ਨੀਡ। ਦਰਅਸਲ ਅਗਰ ਅੰਦਰ ਦੀ ਪੁਕਾਰ ਨਹੀਂ ਆਉਂਦੀ ਤਾਂ ਸ਼ਾਇਦ ਕੋਈ ਨੀਡ ਹੈ ਵੀ ਨਹੀਂ, ਕਿਉਂਕਿ ਇਹ ਜਿਹੜਾ ਸਪਿਰਿਚੁਅਲ ਮਾਰਗ ਹੈ ਇਸ 'ਤੇ ਕੋਈ ਡਿਫਾਈਨਡ ਰਸਤਾ ਨਹੀਂ ਹੈ, ਕਿਸੇ ਕੋਲ ਕੋਈ ਮੈਪ ਨਹੀਂ ਹੈ ਜਿਹੜਾ ਤੁਹਾਡੇ ਹੱਥ ਵਿੱਚ, ਸਾਡੇ ਹੱਥ ਵਿੱਚ ਕੋਈ ਦੇ ਦੇਗਾ। ਇੱਕ ਪੱਖੋਂ ਨਹੀਂ ਹੈ, ਪਰ ਇੱਕ ਪੱਖੋਂ ਹੈ ਵੀ। ਬੜੀ ਅਨਨੋਨ ਡਾਇਮੈਂਸ਼ਨ ਹੈ, ਗ੍ਰੇ ਏਰੀਆ ਹੈ ਲਾਈਫ ਦਾ। ਇਸ ਕਰਕੇ ਧੋਖਾ ਵੀ ਬੜੇ ਖਾ ਜਾਂਦੇ ਆ, ਬੜੇ ਜਲਦੀ ਗੁਰੂ ਬਣਾ ਲੈਂਦੇ ਹਾਂ ਅਸੀਂ। ਕੋਈ ਸੜਕਾਂ ਸਿੱਧੀਆਂ ਕਰ ਦਿੰਦਾ ਹੈ ਅਤੇ ਕੋਈ ਮਰੇ ਨੂੰ ਜਵਾ ਦਿੰਦਾ ਹੈ, ਅਤੇ ਕੋਈ ਲਾਸ ਨੂੰ ਪ੍ਰੋਫਿਟ ਕਰ ਦਿੰਦਾ ਹੈ। ਕੋਈ ਚਮਤਕਾਰ ਲੱਭਦੇ ਹਾਂ ਅਸੀਂ ਲਾਈਫ ਵਿੱਚ, ਕੋਈ ਹੋ ਜਾਏ ਇਸ ਤਰ੍ਹਾਂ ਦਾ। ਉਸ ਚਮਤਕਾਰ ਦੇ ਲੱਭਣ ਵਿੱਚ ਅਸੀਂ ਗੁਰੂ ਵੀ ਸਾਧ ਲੈਂਦੇ ਹਾਂ। ਸਾਨੂੰ ਗੁਰੂ ਕੌਣ ਹੈ ਉਹਦੀ ਨੌਲੇਜ ਨਹੀਂ ਹੈ। ਕਿਉਂ? ਕਾਰਨ ਕੀ ਹੈ? ਕਿਉਂਕਿ ਅੱਜ ਅਸੀਂ ਸਿੱਖ ਹਾਲੇ ਬਣੇ ਨਹੀਂ। ਪਾਲੀ ਡਾਇਲੈਕਟ ਵਿੱਚ ਸਿੱਖ ਦਾ ਉਹ ਅਰਥ ਹੁੰਦਾ ਹੈ ਜਿਹੜਾ ਟੁਰਿਆ ਹੋਇਆ, ਨਿਕਲ ਗਿਆ ਲੱਭਣ। ਜਿਸ ਦਿਨ ਮੈਂ ਨਿਕਲ ਜਾਵਾਂਗਾ ਲੱਭਣ, ਉਸੇ ਦਿਨ ਮੈਨੂੰ ਸਮਝ ਆਏਗੀ ਕਿ ਗੁਰੂ ਹੈ ਕੀ।
पहले सिख दा होना जरूरी है। गुरु तो हाजिर हो जाएगा। प्रश्न ही नहीं पूछा तो जवाब किवें आएगा। ਜਿਹੋ ਜਿਹੇ प्रश्न मैं लाइफ तो पूछांगा ਉਹੋ ਜਿਹੇ ही जवाब मेरे को आउणगे। और बाद दफा असी क्योंकि पेन नू फील नहीं करते तो असी पेन तो अराइज होंदे वे जिहड़े प्रश्न हैं वो पुछदे ही नहीं हाँ। वो सब तो रेलिवेंट हैं। वो एक इहो जिहा एनर्जी सेंटर मन का खोलते हैं जिहदे च बहुत डूंगा पोटेंशियल है। नर ते सुर होई जात ने मुख में, सतगुर बुद्ध सिखलाई। ए नर और सुर ए मेरे अंदर ही है। एक कॉमन पर्सन नर, एक सुपर ह्यूमन सुर देवता, ये कित्थे हैं? ये मेरे मन की अवस्था है। मेरे अंदर ही मन दे विच एक अवस्था है जिहड़ी साधारण जीवन बारे है, और मेरे मन दे विच ही एक अवस्था है जिहड़ी बहुत स्पैशल है। साधारण अवस्था नूं तो मैं रोज़ जीना हाँ, पर उस स्पैशल एक्सपीरियंस नूं मैं नहीं जान पाता। गुरु नानक साहब दे जिहड़े प्रश्न हैं, जिहड़े सिद्ध सुत गुरु नूं पुछ रहे हैं, ਇਹ ਉਹਨਾਂ ਦੀ स्पिरिचुअलिटी ਨੂੰ एक्सप्लोर कर रहे हैं। तो मैं कोशिश करांगा कि महाराज दे जिहड़े जवाब हैं उन्हां नूं मैं ब्रेक डाउन कर सकां। मेरे रोज़मर्रा के जीवन नाल की रिलेशन रखते हैं। बहुत मुश्किल कार्य है। दरअसल गुरु और सिख का नाता भी ट्रांसेंडेंटल है, ट्रांसेंड करता है, सब कुछ ट्रांसेंड कर जाता है, क्योंकि यह धागा प्रेम नाल बन्निया होया है। लव इज़ द मैजिक एंड लव इज़ द मिरेकल। जिस दिन असी गुरु नूं लभांगे, मिरेकल सिर्फ प्रेम होएगा, और उस तो उत्तम कोई मिरेकल है नहीं। जिस दिन मैं जान पावांगा, उस दिन मैं समझ लवांगा मैं जीवन नूं जान लिया। मंसूर नूं कट रहे हैं, उहदी बोटी बोटी शरीर दी कर रहे हैं, और मंसूर हस रहा है। तो मंसूर नूं पुछदे हैं, तू क्यों हसदा भाई, तैनूं तां कट रहे हैं। मंसूर कहंदा, जिन्नूं तुसीं कट रहे हो कटिया ही नहीं जा रहा। तो एक डायलॉग इंसू करता है। ਉਹਦੇ 'ਚ एक अखीरला प्रश्न है, मंसूर प्रेम दी की हद है। तो मंसूर कहता प्रेम बेहद है। इस सारे यूनीवर्स की हद विच भी नहीं आएगा प्रेम। उसे प्रेम नूं असीं लभदे हां जिहड़ा मेरे मन नूं तृप्त कर देगा। वो किसी शरीर नाल प्रेम नहीं है, वो किसी जने नाल प्रेम नहीं है, किसी अवस्था नाल प्रेम नहीं है। वो तो प्रेम हाजिर ही है सारी सृष्टि विच, कण कण विच हाजिर है। ए मैं आप नूं गुरु साहब दे जदों जवाब आउणगे, उहदे विच असीं उस विच उतरांगे, ताकि सानूं समझ आ पाए कि मेरे नाल सिर्फ शब्द का हेर फेर नहीं है। मेरे लाइफ एक्सपीरियंस, चेंजिंग लाइफ एक्सपीरियंस इस बाणी के थ्रू रिवील हो सकन। क्यों गुरु नानक नूं मिलना भी तो है, शब्द नाल ही मिलांगे। उन्हां दे अपने हथी दर्ज दी बाणी है, कई साल उन्होंने संभाल के रखी है अपने सिख लई। 18 साल तो शायद इस एक वड्डा पोर्शन इस बाणी का, तो 18 साल तो ज़्यादा गुरु साहब ने संभाल के रखा बिफोर इट मेड गॉट इन टू कंपोज इन टू सिद्ध गोष्ठ। किस लिए रखा? उस सिख लई जिहड़ा जीवन दे सत दे प्रश्न पुछेगा, उहदे लई जिहड़ा जीवन नूं जानना चाहेगा। असी सिख तो अपने आप नूं कहा सकते हैं, दाड़ी केस या होर रूप विच असी आइडेंटिफाई कर लेंदे हैं,
ਪਰ ਕੀ ਅਸੀਂ ਉਹ ਅਸਲ ਸਿੱਖ ਬਣੇ ਜਿਹੜੇ ਗੁਰੂ ਨਾਨਕ ਸਾਹਿਬ ਦੀ ਇਸ ਬਾਣੀ ਨੂੰ ਉਤਾਰ ਸਕਣ ਆਪਣੇ ਮਨ ਵਿੱਚ? ਕਿ ਅਸੀਂ ਇਹ ਪ੍ਰਸ਼ਨ ਪੁੱਛੇ ਹਨ ਜਿਹੜੇ ਗੁਰੂ ਸਾਹਿਬ ਜਿਸ ਵੱਲ ਸਾਨੂੰ ਇਸ਼ਾਰਾ ਕਰਦੇ ਹਨ? ਕਿਉਂਕਿ ਇਹ ਸਿੱਧਾਂ ਦੇ ਜਿਹੜੇ ਡਾਇਲੌਗ ਚੱਲਦੇ ਹਨ, ਇਹਨਾਂ ਨੂੰ ਮੈਂ ਆਪਣੇ ਪ੍ਰਸ਼ਨ ਵੀ ਕਹਿ ਸਕਦਾ ਹਾਂ। ਗੁਰੂ ਨਾਨਕ ਸਾਹਿਬ ਆਪਣੀ ਸਪਿਰਿਚੁਅਲਿਟੀ ਨੂੰ ਰਿਵੀਲ ਕਰ ਰਹੇ ਹਨ, ਉਸ ਅਵਸਥਾ ਨੂੰ ਰਿਵੀਲ ਕਰ ਰਹੇ ਹਨ ਜਿਹੜੀ ਸਬਲਾਈਮ ਪ੍ਰੈਜ਼ੈਂਸ ਆਫ ਗੋਡ ਅਸੀਂ ਉਹਨੂੰ ਕਹਿੰਦੇ ਹਾਂ। ਪ੍ਰਸ਼ਨ ਕੀ ਹੈ? ਕਵਣ ਤੁਮੇ ਕਿਆ ਨਾਉ ਤੁਮਾਰਾ, ਕੌਣ ਮਾਰਗ ਕੌਣ ਸਿਆਓ? ਤੁਸੀਂ ਕੌਣ ਹੋ? ਕੀ ਨਾਉ ਹੈ? ਕੀ ਸਟੇਟਸ ਹੈ ਤੁਹਾਡਾ? ਕਿੱਥੋਂ ਤੁਸੀਂ, ਕਿਸ ਆਈਡੈਂਟਿਟੀ ਤੋਂ ਤੁਸੀਂ ਆ ਰਹੇ ਹੋ? ਨਾਉ ਤੋਂ ਇਹ ਭਾਵ ਹੈ। ਕੌਣ ਮਾਰਗ? ਕੀ ਸਪਿਰਿਚੁਅਲ ਮਾਰਗ ਹੈ ਤੁਹਾਡਾ? ਕੌਣ ਸਿਆਓ? ਇਸ ਸਪਿਰਿਚੁਅਲਿਟੀ ਦਾ ਗੋਲ ਕੀ ਹੈ? ਗੁਰੂ ਮਹਾਰਾਜ ਜਵਾਬ ਦਿੰਦੇ ਹਨ, ਸਾਚ ਕਹੋ ਅਰਦਾਸ ਹਮਾਰੀ। ਗੁਰੂ ਮਹਾਰਾਜ ਹਮਾਰੀ ਕਹਿ ਰਹੇ ਹਨ। ਸੰਤ ਬਲ ਹਉ ਸੰਤ ਜਨਾਂ ਬਲ ਜਾਓ। ਮੈਂ ਤਾਂ ਸੈਕਰੀਫਾਈਸ ਹਾਂ ਉਹਨਾਂ ਲੋਕਾਂ ਦਾ ਜਿਹੜੇ ਸੱਤ ਦਾ ਪ੍ਰਸ਼ਨ ਪੁੱਛਦੇ ਹਨ ਜੀਵਨ ਵਿੱਚ। ਸੰਤ ਨੂੰ ਇਸ ਭਾਵ ਵਿੱਚ ਲਿਆ ਗਿਆ ਇੱਥੇ, ਜਿਸ ਨੇ ਦੁਨੀਆ ਦਾ ਤੱਤ ਗਿਆਨ ਜਾਣਨ ਦੇ ਪ੍ਰਸ਼ਨ ਪੁੱਛੇ ਹਨ। ਕਿਉਂਕਿ ਜਿਹੜਾ ਪੁੱਛੇਗਾ ਉਸੇ ਨੂੰ ਤਾਂ ਮਿਲੇਗਾ ਨਾ, ਜਿਹੜਾ ਪੁੱਛੇਗਾ ਹੀ ਨਹੀਂ ਉਹਨੂੰ ਕਿਵੇਂ ਮਿਲ ਜਾਏਗਾ? ਸੁਪਰਫਿਸ਼ੀਅਲ ਲਾਈਫ, ਫਿਜ਼ੀਕਲ ਲਾਈਫ, ਮਟੀਰੀਅਲ ਲਾਈਫ, ਇਸ ਦੇ ਬਿਯੋਂਡ ਕੁਝ ਹੈ ਕਿ ਨਹੀਂ ਹੈ? ਅੱਜ ਤਾਂ ਸਾਇੰਸ ਵੀ ਮੰਨਦੀ ਹੈ, ਕੁਆਂਟਮ ਫਿਜ਼ਿਕਸ ਵੀ ਮੰਨਦੀ ਹੈ ਕਿ ਮੈਟਰ ਤਾਂ ਰੀਅਲ ਹੈ ਨਹੀਂ। ਅਸੀਂ ਮੈਟਰ ਨੂੰ ਹੀ ਤਾਂ ਰੀਅਲ ਮੰਨਦੇ ਹਾਂ, ਹੋਰ ਕੀ ਮੰਨਦੇ ਹਾਂ ਅਸੀਂ? ਜਦੋਂ ਅਸੀਂ ਜੀਵਨ 'ਚੋਂ ਨਿਕਲਦੇ ਹਾਂ, ਇਹ ਗੱਡੀਆਂ, ਕਾਰਾਂ, ਘਰ, ਇਹ ਸਭ ਕੁਝ ਰੀਅਲ ਗਿਣਦੇ ਹਾਂ ਅਸੀਂ ਐਸੇ ਨੂੰ ਜੀਵਨ ਜਾਣਦੇ ਹਾਂ। ਪਰ ਕੀ ਇਹ ਸੱਚ ਹੈ? ਦੇਖੋ, ਐਸੇ ਕਰਕੇ ਗੁਰੂ ਸਾਹਿਬ ਦੇ ਜਿਹੜੀ ਜੀਵਨ ਦੀ ਰਿਫਲੈਕਸ਼ਨ ਆਉਂਦੀ ਹੈ ਉਹ ਬੜੀ ਡਿਫਰੈਂਟ ਆਉਂਦੀ ਹੈ ਸਾਡੇ ਨਾਲੋਂ। ਗੁਰੂ ਤਾਂ ਮੌਤ ਦੇ ਵਿੱਚ ਆਪਣਾ ਮੂੰਹ ਦਿੰਦੇ, ਆਪਣਾ ਸਿਰ ਦਿੰਦੇ ਥੋੜ੍ਹਾ ਵੀ ਸਮਾਂ ਨਹੀਂ ਲਗਾਉਂਦੇ। ਅਸੀਂ ਮੌਤ ਤੋਂ ਡਰ ਕੇ ਕਿੰਨੀ ਦੂਰ ਭੱਜਦੇ ਹਾਂ। ਕੁਛ ਤਾਂ ਐਟੀਟਿਊਡ ਦਾ ਬੜਾ ਫਰਕ ਹੋ ਗਿਆ। ਅਸੀਂ ਕਹਿ ਸਕਦੇ ਹਾਂ ਇਹ ਤੇ ਗੁਰੂ ਦੀ ਗੱਲ ਹੈ, ਬਿਲਕੁਲ ਠੀਕ ਹੈ, ਪਰ ਗੁਰੂ ਦੇ ਨਾਲ ਸਿੱਖ ਵੀ ਗਏ। ਉਹ ਕਿਹੜੇ ਲੋਕ ਹਨ ਜਿਨ੍ਹਾਂ ਨੇ ਮੌਤ ਨੂੰ ਦੇਖਦੇ ਹੋਏ ਉਹਨੂੰ ਜਾਣ ਲਿਆ, ਡਰੇ ਨਹੀਂ, ਔਰ ਆਪਣੇ ਆਪ ਨੂੰ ਬੇਵਕੂਫ ਬਣਾ ਕੇ ਨਹੀਂ, ਕਿਉਂਕਿ ਮੈਂ ਕੁਝ ਖਾ ਲਵਾਂ, ਕੁਝ ਪੀ ਲਵਾਂ, ਸਟਿਮੂਲੈਂਟ ਲੈ ਲਵਾਂ ਤੇ ਮੈਨੂੰ ਸਮਝ ਹੀ ਨਾ ਆਏ ਕਿ ਇਹ ਪੇਨ ਹੋ ਵੀ ਰਿਹਾ ਕਿ ਨਹੀਂ। ਬੜੀ ਵਿਚਾਰ ਕਰਨ ਵਾਲੀ ਗੱਲ ਹੈ। ਜਦੋਂ ਮੈਂ ਰਾਤ ਸੌਂਦਾ ਹਾਂ, ਸਵੇਰੇ ਉੱਠਦਾ ਹਾਂ, ਸੋਚਣਾ ਬਣਦਾ ਹੈ ਮੇਰਾ ਕਿ ਕੀ ਮੈਂ ਜੀਵਨ ਨੂੰ ਜਾਣਦਾ ਹਾਂ? ਅਸਲ ਵਿੱਚ ਮੇਰੇ ਜੀਵਨ ਵਿੱਚ ਕੁਝ ਐਸਾ ਹੈ ਜਿਹੜਾ ਅਨਚੇਂਜਿੰਗ ਹੈ, ਕਿਉਂਕਿ ਅਨਚੇਂਜਿੰਗ ਹੀ ਸੱਤ ਹੈ। ਅਗਰ ਸਭ ਕੁਝ ਹੀ ਚੇਂਜਿੰਗ ਹੈ, ਕੁਝ ਵੀ ਅਨਚੇਂਜਿੰਗ ਨਹੀਂ, ਤਾਂ ਫਿਰ ਮੈਂ ਜਾਣਦਾ ਕੀ ਹਾਂ? ਕਿਉਂਕਿ ਸਭ ਕੁਝ ਤਾਂ ਬਦਲ ਰਿਹਾ ਹੈ। ਅੱਜ ਹੈ, ਕੱਲ ਨਹੀਂ ਹੈ। ਅੱਜ ਇਸ ਤਰ੍ਹਾਂ ਹੈ, ਕੱਲ ਉਸ ਤਰ੍ਹਾਂ ਹੈ। ਤਾਂ ਉਹ ਤਾਂ ਹਰ ਚੀਜ਼ ਨਵੀਂ ਚੱਲਦੀ ਆ ਰਹੀ ਹੈ। ਮਹਾਰਾਜ ਕਹਿੰਦੇ ਨੇ, ਸਾਚ ਕਹੋ ਅਰਦਾਸ ਹਮਾਰੀ, ਹਉ ਸੰਤ ਜਨਾਂ ਬਲ ਜਾਓ। ਜਿਸ ਨੇ ਤੱਤ ਗਿਆਨ ਬਾਰੇ ਜੀਵਨ ਵਿੱਚ ਪੁੱਛਿਆ ਹੈ, ਉਸ ਨੂੰ ਗੁਰੂ ਨਾਨਕ ਸਾਹਿਬ ਸ਼ਾਬਾਸ਼ ਦਿੰਦੇ ਹਨ। ਆਪ ਸਮਾਂ ਕੱਢਦੇ ਹੋ, ਸਿੱਧਗੋਸ਼ ਦੀ ਬਾਣੀ ਦੇ ਦਰਸ਼ਨ ਕਰ ਰਹੇ ਹੋ। ਦਰਸ਼ਨ ਬੜਾ ਪਿਆਰਾ ਸ਼ਬਦ ਹੈ।
ਦਰਸ਼ਨ ਦਾ ਮਤਲਬ ਦੇਖਣਾ ਹੁੰਦਾ ਹੈ। ਔਰ ਜਦੋਂ ਅਸੀਂ ਦਰਸ਼ਨ ਕਰਦੇ ਹਾਂ ਮਨ ਤੋਂ, ਤਾਂ ਅਸਲ ਦਰਸ਼ਨ ਉਹ ਹੈ ਜਿੱਥੇ ਕੋਈ ਥਾਟ ਨਹੀਂ ਹੈ। ਆਪ ਸਮਝਣਾ ਗੱਲ ਨੂੰ। ਮੈਂ ਅਗਰ ਸਿਰਫ ਦੇਖਦਾ ਹਾਂ ਔਰ ਮੇਰੀ ਸਾਰੀ ਫੈਕਲਟੀਜ਼ ਦੇਖਣ ਵਿੱਚ ਹੀ ਫੋਕਸਡ ਹਨ, ਤਾਂ ਫਿਰ ਮੈਂ ਸੋਚਾਂਗਾ ਵੀ ਨਹੀਂ, ਕਿਉਂਕਿ ਸੋਚ ਵਿੱਚ ਵੀ ਐਨਰਜੀ ਲੱਗਦੀ ਹੈ। ਤਾਂ ਬਾਣੀ ਦੇ ਦਰਸ਼ਨ ਮਨ ਦੇ ਨਾਲ ਹੁੰਦੇ ਹਨ, ਅੱਖਾਂ ਨਾਲ ਨਹੀਂ। ਜਦੋਂ ਮੈਂ ਮਨ ਨੂੰ ਬਾਣੀ ਵਿੱਚ ਹਾਜ਼ਰ ਕਰ ਦਿੰਦਾ ਹਾਂ, ਤਾਂ ਮੈਂ ਬਾਣੀ ਦੇ ਦਰਸ਼ਨਾਂ ਵਿੱਚ ਉਤਰਦਾ ਹਾਂ। ਔਰ ਬਾਣੀ ਨਿਰੰਕਾਰ ਦਾ ਰੂਪ ਹੈ। ਇਹਦੇ ਲਈ ਮਨ ਦੀ ਤਿਆਰੀ ਜ਼ਿਆਦਾ ਚਾਹੀਦੀ ਹੈ। ਮਨ ਨੂੰ ਖੜਾ ਕਰਨਾ ਪੈਂਦਾ ਹੈ। ਚੰਚਲ ਮਨ ਹੈ, ਤਾਂ ਉਸ ਸੰਗਤ ਵਿੱਚ ਜਾਣਾ ਪੈਂਦਾ ਹੈ ਜਿਹੋ ਜਿਹੀ ਇਹ ਸਭਾ ਗੁਰੂ ਨਾਨਕ ਸਾਹਿਬ ਅੱਜ ਬੈਠੇ ਕਰ ਰਹੇ ਹਨ, ਜਿੱਥੇ ਲੋਕ ਤਤ ਗਿਆਨ ਬਾਰੇ ਪ੍ਰਸ਼ਨ ਉਠਾ ਰਹੇ ਹਨ। ਸਾਹਿਬ ਕਿਉਂ ਜਾ ਰਹੇ ਹਨ? ਕਿਉਂਕਿ ਗਿਆਨ ਦਾ ਘਾਟ ਹੈ। ਦੁਨੀਆ ਸ਼ਬਦ ਨਹੀਂ ਜਾਣ ਪਾ ਰਹੀ ਕੀ ਹੈ। ਦੁਨੀਆ ਆਨੰਦ ਨੂੰ ਨਹੀਂ ਖੋਲ ਪਾ ਰਹੀ। ਅੱਜ ਦੇਖੋ, ਅਮਰੀਕਾ ਪੂਰਾ ਡਿਵਾਈਡ ਹੋਇਆ ਖੜਾ ਹੈ। ਅੱਧਾ ਦੇਸ਼ ਇੱਕ ਪੋਲੀਟੀਸ਼ੀਅਨ ਦੇ ਨਾਲ ਹੈ, ਪੂਰਾ ਅੱਧਾ ਦੂਜੇ ਨਾਲ ਹੈ। ਬੜੀ ਇੰਟਰਸਟਿੰਗ ਜੀ ਗੱਲ ਹੈ। ਅੱਧੋ ਅੱਧ ਹੀ ਖੜੇ ਹਨ। ਇਸ ਕਰਕੇ ਪਿਛਲੀ 2 ਇਲੈਕਸ਼ਨਸ ਬਿਲਕੁਲ ਬਾਰਡਰ ਤੇ ਚੱਲਦੀਆਂ ਹਨ, 2 ਤੋਂ ਵੀ ਜ਼ਿਆਦਾ ਸ਼ਾਇਦ। ਉਹ ਕਹਿੰਦੇ ਵੈਰੀ ਡਿਫਿਕਲਟ ਟੂ ਕਾਲ। ਹੁਣ ਦੀ ਗੱਲ ਨਹੀਂ ਕਰਦਾ, ਹੁਣ ਤਾਂ ਸ਼ਾਇਦ ਗੈਪ ਜ਼ਿਆਦਾ ਹੈ, ਪਰ ਵੈਸੇ ਇਹ ਦੇਸ਼ ਪੂਰਾ ਡਿਵਾਈਡਡ ਖੜਾ ਹੈ। ਮੈਨੂੰ ਕਈ ਵਾਰੀ ਇਹ ਫੀਲਿੰਗ ਆਉਂਦੀ ਹੈ ਕਿ ਇਹ ਮਨ ਦਾ ਰਿਫਲੈਕਸ਼ਨ ਤੇ ਨਹੀਂ ਹੈ। ਜਿਸ ਤਰ੍ਹਾਂ ਮੇਰਾ ਮਨ ਦੁਫਾੜ ਹੋਇਆ ਹੋਇਆ, ਇਸ ਤਰ੍ਹਾਂ ਮੇਰਾ ਜੀਵਨ ਵੀ ਦੁਫਾੜ ਹੋਇਆ ਹੈ। ਮਨ ਇਕਾਗਰ ਨਹੀਂ ਹੈ। ਔਰ ਸਭ ਤੋਂ ਡਰੇਨਿੰਗ ਐਨਰਜੀ ਲਾਈਫ ਦੀ ਕਨਫਿਊਜ਼ਨ ਹੁੰਦੀ ਹੈ। ਮੈਂ ਬੜਾ ਕਨਫਿਊਜ਼ਡ ਹਾਂ, ਕੀ ਸੱਚ ਹੈ ਕੀ ਝੂਠ ਹੈ। ਪਰ ਕਿਸੇ ਦੀ ਗਹਿਰਵੇ ਵਸਤਰ ਦੇਖ ਕੇ ਮੈਨੂੰ ਲਲਚਾ ਆ ਜਾਂਦਾ ਹੈ, ਇਹਦੇ ਨਾਲ ਬੈਠ ਕੇ ਕੁਝ ਗਿਆਨ ਮਿਲ ਜਾਏਗਾ। ਕਿਸੇ ਦੇ ਚਿੱਟੇ ਵਸਤਰ ਦੇਖ ਕੇ, ਕਿਸੇ ਦੀ ਪਗੜੀ ਦੇਖ ਕੇ, ਕਿਸੇ ਦੀ ਦਾੜੀ ਦੇਖ ਕੇ ਬਾਹਰੋਂ ਹੀ ਦੇਖਦਾ ਰਹਿੰਦਾ ਹਾਂ ਤੇ ਗੁਰੂ ਧਾਰ ਲੈਂਦਾ। ਮੇਰੇ ਮਨ ਦੀ ਦੀਵਾਰ ਨੂੰ ਜੋ ਖੋਲੇਗਾ, ਮੇਰੇ ਮਨ ਦੇ ਅੰਤਰ ਦੀ ਅਵਸਥਾ ਨੂੰ ਜੋ ਬ੍ਰਹਮ ਗਿਆਨ ਵੱਲ ਰਿਵੀਲ ਕਰੇਗਾ, ਗੁਰੂ ਤਾਂ ਉਹ ਹੈ। ਔਰ ਗੁਰੂ ਨਾਨਕ ਸਾਹਿਬ ਸਾਨੂੰ ਉਹਦੀ ਇੱਕ ਨਵੀਂ ਡਾਇਮੈਂਸ਼ਨ ਦਿੰਦੇ ਹਨ। ਸ਼ਬਦ ਗੁਰੂ ਹੈ। ਇਸ ਸਾਰੀ ਬਾਣੀ ਦਾ ਅਗਰ ਕੋਈ ਤਤ ਗਿਆਨ ਹੈ, ਤਾਂ ਸ਼ਬਦ ਨੂੰ ਮਿਲਣ ਦਾ, ਸਿੱਖ ਦੇ ਸ਼ਬਦ ਨੂੰ ਮਿਲਣ ਦਾ ਗਿਆਨ ਹੈ। ਸ਼ਬਦ ਇੱਕ ਚੋਟ ਮਾਰਦਾ ਹੈ ਉਹਨਾਂ ਦੁਆਰਾਂ ਵਿੱਚ, ਮਨ ਦੇ ਅੰਦਰ। ਇਉਂ ਲੱਗਦਾ ਹੈ, ਮੈਨੂੰ ਐਕਸਪੀਰੀਅੰਸ ਤਾਂ ਨਹੀਂ ਹੈ, ਜਿਹੜੇ ਉਹ ਦੁਆਰ ਖੁੱਲ ਜਾਣ ਤਾਂ ਕਿ। ਇਸ ਨੂੰ ਬਾਣੀ ਵਿੱਚ ਦਸਮ ਦੁਆਰ ਕਿਹਾ ਹੈ। ਦਸਮ द्वार कुंजी जब दीजे तब दयाल को दर्शन कीजिए। आओ अगे चलिए। कह बैसो कह रहिए बाले, कह आवो कह जाहो। किधर बैठते हो, किधर रहंदे हो, कित्थों आ रहे हो, कित्थे जा रहे हो। ਇਹ ਸਭ ਸਪਿਰਿਚੁਅਲ ਡਾਇਮੈਂਸ਼ਨਸ ਦੇ ਕੁਐਸਚਨ ਹਨ। ਨਾਨਕ ਬੋਲੇ ਸੁਣ ਬੈਰਾਗੀ, ਕਿਆ ਤੁਮਾਰਾ ਰਾਹੋ। ਨਾਨਕ ਕਹਿੰਦੇ ਹਨ ਕਿ ਯੋਗੀ ਉਹਨਾਂ ਨੂੰ ਪੁੱਛ ਰਹੇ ਹਨ, ਸੁਣ ਬੈਰਾਗੀ ਕਿਆ ਤੁਮਾਰਾ ਰਾਹੋ, ਤੁਹਾਡਾ ਕੀ ਰਾਹ ਹੈ। ਆਓ ਇਹਦੇ ਜਵਾਬ ਸੁਣੀਏ ਮਹਾਰਾਜ ਤੋਂ। ਦੇਖੋ ਗੱਲ ਕੀ ਹੈ, ਕਈ ਵਾਰ ਸ਼ਬਦ ਪੜ੍ਹਦੇ ਪੜ੍ਹਦੇ ਡਾਇਮੈਂਸ਼ਨ ਬੜੀ ਫਰਕ ਹੋ ਜਾਂਦੀ ਹੈ। ਹੁਣ ਇਹ ਆਨਸਰ ਹੀ ਇੱਕ ਆਪਣੇ ਆਪ ਸਤੋਰੀ ਹੈ।
ਜੀ ਨਹੀਂ ਕਰਦਾ ਉਸ ਤੋਂ ਅੱਗੇ ਜਾਣ ਦਾ। ਘਟ ਘਟ ਬੈਸ ਨਿਰੰਤਰ ਰਹੀਏ, ਚਲਹਿ ਸਤਿਗੁਰ ਪਾਏ। ਦੇਖੋ, ਨਿਰੰਕਾਰ ਨੂੰ ਜਾਣਨ ਵਾਲਾ ਪੁਰਸ਼ ਨਿਰੰਕਾਰ ਦੀ ਗੱਲ ਕਿਤਨੀ ਬਰੀਕੀ ਔਰ ਸੂਖਮਤਾਈ ਨਾਲ ਕਰਦਾ ਹੈ। ਇਉਂ ਲੱਗਦਾ ਹੈ ਜਿਵੇਂ ਸਾਹਿਬ ਦੇ ਸਾਹਮਣੇ ਨਿਰੰਕਾਰ ਦਾ ਦਰਸ਼ਨ ਹੀ ਹੈ ਸਦਾ। ਗੋਡ ਹੈਡ ਤੋਂ ਕਦੇ ਡਿਵਾਈਡ ਨਹੀਂ ਹੋਏ, ਦੂਰ ਨਹੀਂ ਹੋਇਆ। ਜਿਸ ਚੀਜ਼ ਨੂੰ ਅਸੀਂ ਕਹਿੰਦੇ ਹਾਂ ਕਿ ਸਾਨੂੰ ਕਦੇ ਦਿਖ ਜਾਏ, ਉਹ ਉਹਨਾਂ ਨੂੰ ਸਦਾ ਹੀ ਦਿਖ ਰਿਹਾ ਹੈ। ਸਾਡੇ ਕੋਲ ਉਹ ਅੱਖਾਂ ਨਹੀਂ ਹਨ, ਪਰ ਉਹਨਾਂ ਦੀ ਬਾਣੀ ਤੋਂ ਇਹ ਡੁਬਕੀ ਦਿਖਦੀ ਹੈ, ਇੱਕ ਦਰਸ਼ਨ ਦਿਖਦੇ ਹਨ। ਦੇਖੋ, ਇਹ ਪਹਿਲਾ ਪਦਾ ਘਟ ਘਟ ਬੈਸ ਨਿਰੰਤਰ ਰਹੀਏ। ਹਰ ਘਟ ਘਟ ਵਿੱਚ ਸ੍ਰਿਸ਼ਟੀ ਦੇ, ਹੁਣ ਇਹਨੂੰ ਸਮਝਣਾ ਸੀ, ਹਰ ਇੱਕ ਕਿਣਕੇ ਦੇ, ਹਰ ਇੱਕ ਕਿਣਕਾ ਸ੍ਰਿਸ਼ਟੀ ਦਾ, ਇੰਟਾਇਰ ਕ੍ਰੀਏਸ਼ਨ, ਉਹਦੇ ਵਿੱਚ ਬੈਠਾ ਹੋਇਆ ਨਿਰੰਕਾਰ। ਅਸੀਂ ਰੱਬ ਨੂੰ ਕਹਿੰਦੇ ਆ ਕਿ ਹੈ ਕਿੱਥੇ, ਔਰ ਜਿਹੜਾ ਜਾਣਦਾ ਉਹ ਕਹਿੰਦਾ ਕਿ ਕਿੱਥੇ ਨਹੀਂ ਹੈ ਭਾਈ। ਕਿੰਨਾ ਫਰਕ ਹੈ ਜੀ, ਇਹ ਕਿਤਨਾ ਫਰਕ ਹੈ ਜੀਵਨ ਦਾ। ਔਰ ਅਗਰ ਇਸ ਨੂੰ ਅਸੀਂ ਥੋੜ੍ਹਾ ਜਿਹਾ ਡੂੰਘਾਈ ਵਿੱਚ ਦੇਖੀਏ ਤਾਂ ਹਰ ਸ੍ਰਿਸ਼ਟੀ ਵਿੱਚ ਪ੍ਰੇਮ ਹਾਜ਼ਰ ਹੈ, ਹਰ ਕਿਣਕੇ ਵਿੱਚ ਪ੍ਰੇਮ ਹਾਜ਼ਰ ਹੈ। ਦੁਨੀਆ ਦੇ ਪ੍ਰੇਮ, ਲਵ, ਸਾਰੀ ਸ੍ਰਿਸ਼ਟੀ ਇੱਕ ਪ੍ਰੇਮ ਦਾ ਰੂਪ ਹੈ। ਦੇਖੋ, ਮੇਰੇ ਲਈ ਇਹ ਦੁੱਖ ਦਾ ਰੂਪ ਹੈ। ਮੇਰੇ ਲਈ ਤੇ ਹਰ ਜਗ੍ਹਾ ਠੋਕਰ ਖਾ ਕੇ ਮੈਨੂੰ ਦੁੱਖ ਹੀ ਲੱਭਦਾ ਹੈ। ਪਰ ਜਿਹੜੇ ਸਾਹਿਬ ਦੇ ਦਰਸ਼ਨ ਹਨ, ਉਹ ਕੁਝ ਹੋਰ ਡਾਇਮੈਂਸ਼ਨ ਹੈ। ਘਟ ਘਟ ਬੈਸ ਨਿਰੰਤਰ ਰਹੀਏ, ਨਿਰੰਤਰ, ਬਿਨਾਂ ਗੈਪ ਦੇ, ਆਲਵੇਜ਼ ਇਨ ਕੰਟੀਨਿਊਮ, ਇਨ ਕॉन्स्टेंट ਕਨੈਕਸ਼ਨ, ਨਿਰੰਤਰ, without a gap. This whole cosmos, this whole creation is actually one, full of love. ਕਿਉਂਕਿ ਪ੍ਰੇਮ ਜਿਹੜਾ ਹੈ ਉਹ ਰੱਬ ਦੇ ਦਰਸ਼ਨ ਨੇ ਮਹਾਰਾਜ। ਨਾਮ ਜਿਹੜਾ ਹੈ ਉਹ ਰੱਬ ਦੇ ਦਰਸ਼ਨ ਹਨ ਮਹਾਰਾਜ। ਔਰ ਨਾਮ ਪ੍ਰੇਮ ਹੈ, ਆਨੰਦ ਹੈ। ਇਸ ਸਾਰੀ ਸ੍ਰਿਸ਼ਟੀ ਵਿੱਚ ਆਨੰਦ ਭਰਿਆ ਹੋਇਆ ਹੈ। ਮੈਂ ਉਹਦੇ ਨਾਲ ਕਨੈਕਟ ਨਹੀਂ ਹੁੰਦਾ ਕਿਉਂਕਿ ਮੈਂ ਆਪਣੇ ਅੰਤਰ ਮਨ ਨਾਲ ਕਨੈਕਟਡ ਨਹੀਂ ਹਾਂ। ਇਸ ਕਰਕੇ ਮੈਂ ਟੁੱਟਿਆ ਹੋਇਆ। ਔਰ ਉਸ ਮਾਈਂਡ ਦੀ ਡਿਵੀਜ਼ਨ ਕਰਕੇ ਮੈਂ ਵੀ ਵਿਆਕੁਲ ਹਾਂ, ਪਰੇਸ਼ਾਨ ਹਾਂ। ਸਾਰੀ ਸ੍ਰਿਸ਼ਟੀ ਵੀ ਪਰੇਸ਼ਾਨ ਹੈ, ਸਾਰੀ ਦੁਨੀਆ ਹੀ ਪਰੇਸ਼ਾਨ ਹੈ। ਕਿਉਂਕਿ ਅਗਰ ਸਾਨੂੰ ਇਹ ਸਮਝ ਆ ਜਾਏ ਕਿ ਜਿਹੜੇ ਸੁੱਖ ਨੂੰ ਮੈਂ ਬਾਹਰ ਲੱਭ ਰਿਹਾ ਹਾਂ ਉਹ ਤਾਂ ਮੇਰੇ ਅੰਤਰ ਵਿੱਚ ਹੈ, ਤਾਂ ਜੀਵਨ ਕਿਵੇਂ ਹੋ ਜਾਏਗਾ। ਮਹਾਰਾਜ ਸਮਝਾ ਰਹੇ ਹਨ, ਰਹੀਏ ਚਾਲੇ ਸਤਿਗੁਰ ਪਾਏ। ਤਾਂ ਪ੍ਰੇਮ ਦੇ ਵਿੱਚ ਰੁੱਝਿਆ ਇਨਸਾਨ ਉਸੇ ਵਿੱਚ ਰਹੇਗਾ, ਉਸ ਅਵਸਥਾ ਵਿੱਚ ਹੀ ਰਹੇਗਾ ਜਿੱਥੇ ਗੁਰੂ ਚਾਲੇ ਸਤਿਗੁਰ ਪਾਏ, ਜਿੱਥੇ ਮੇਰਾ ਗੁਰੂ ਮੈਨੂੰ ਸਦਾ ਲਈ ਪਾ ਰਿਹਾ ਹੈ। ਮੈਂ ਚੱਲਦਾ ਵੀ ਹਾਂ ਤਾਂ ਉਸ ਪ੍ਰੇਮ ਵਿੱਚ ਚੱਲਦਾ ਹਾਂ। ਇਹ ਗੁਰੂ ਦੀ ਗੱਲ ਚੱਲਦੀ ਹੈ। ਸਤਿਗੁਰ ਪਾਉਂਦੇ ਹਨ, ਸਾਨੂੰ ਸਾਰਿਆਂ ਨੂੰ ਗੁਰੂ ਪਾ ਰਿਹਾ ਹੈ। ਨਿਰੰਕਾਰ ਇੱਕ ਗ੍ਰੇਸ, ਇੱਕ ਕਿਰਪਾ, ਇੱਕ ਪ੍ਰੇਮ ਦੀ ਬਰਖਾ ਸਦਾ ਹੀ ਹਾਜ਼ਰ ਰੱਖਦਾ ਹੈ। ਬਪੀਆ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ, ਮੇਘੇ ਨੂੰ ਫਰਮਾਨ ਹੋਆ ਬਰਸੇ ਕਿਰਪਾ ਧਾਰ। ਕਣ ਕਣ ਵਿੱਚ ਕਿਰਪਾ ਹੈ, ਕਣ ਕਣ ਵਿੱਚ ਪ੍ਰੇਮ ਹੈ, ਕਣ ਕਣ ਵਿੱਚ ਆਨੰਦ ਹੈ। ਮੌਲਾਨਾ ਰੂਮੀ ਦੀ ਗੱਲ ਯਾਦ ਆਉਂਦੀ ਹੈ। ਮੌਲਾਨਾ ਪ੍ਰੇਮ ਨਾਲ ਭਰੇ ਹੈ। ਦੁਕਾਨ ਪਾਰ ਕਰ ਰਹੇ, ਇੱਕ ਲੋਹਾਰ ਹਥੌੜਾ ਮਾਰਦਾ ਹੈ, ਇੱਕ ਮਾਰਦਾ ਹੈ, ਦੋ ਮਾਰਦਾ ਹੈ, ਇੱਕ ਲਹਿਰ ਵਿੱਚ ਹਥੌੜਾ ਚੱਲਦਾ ਹੈ।
ਕ੍ਰੀਏਸ਼ਨ ਵਿੱਚ ਇੱਕ ਹਾਰਮਨੀ ਹੈ, ਉਹਦੇ ਵਿੱਚ ਲੋਹਾਰ ਉਸ ਹਾਰਮਨੀ ਪਕੜ ਕੇ ਹੀ ਮਾਰਦਾ ਹੈ, ਔਰ ਉਸ ਹਾਰਮਨੀ ਵਿੱਚ ਰੂਮੀ ਸਤੋਰੀ ਵਿੱਚ ਆ ਜਾਂਦੇ ਹਨ। ਮੌਲਾਨਾ ਦਰਵੇਸ਼ ਡਾਂਸ ਕਰ ਦਿੰਦੇ ਹਨ ਉੱਥੇ, ਮਸਤ ਹੋ ਗਿਆ ਉਹਦੀ ਪ੍ਰੇਮ ਵਿੱਚ, ਆਪਣਾ ਆਪ ਖੋ ਗਿਆ, ਆਨੰਦ ਵਿੱਚ ਉਤਰ ਗਿਆ, ਖਬਰ ਹੀ ਨਾ ਰਹੀ ਦੁਨੀਆ ਦੀ ਕੀ। ਸਾਹਿਬ ਉਸੇ ਦੀ ਗੱਲ ਕਰਦੇ ਹਨ, ਉਸੇ ਪ੍ਰੇਮ ਦੀ ਗੱਲ ਕਰਦੇ ਹਨ, ਉਸ ਚੱਲਣ ਦੀ ਗੱਲ ਕਰਦੇ ਹਨ, ਉਸ ਗੁਰੂ ਦੀ ਗੱਲ ਕਰਦੇ ਹਨ, ਉਸ ਭਾਣ ਦੀ, ਪਾ ਲੈਣ ਦੀ, ਉਸ ਦਰਸ਼ਨਾਂ ਦੀ ਗੱਲ ਕਰਦੇ ਹਨ ਜਿੱਥੇ ਦੁਨੀਆ ਇੱਕ ਪ੍ਰੇਮ ਨਜ਼ਰ ਆਉਂਦੀ ਹੈ, ਇੱਕ ਆਨੰਦ ਨਜ਼ਰ ਆਉਂਦੀ ਹੈ। ਕਿਤਨੀ ਦੂਰ ਹੈ ਮੇਰੇ ਤੋਂ, ਉਹ ਕਹਿ ਰਹੇ ਹਨ ਘੱਟ ਘੱਟ ਮੇਰੇ ਅੰਤਰ ਬਾਹਰ। ਕੀ ਇਹਦੇ ਵਿੱਚ ਮੈਨੂੰ ਕੀ ਕਰਨਾ ਹੈ ਮਹਾਰਾਜ ਇਸ ਨੂੰ ਜਾਣਨ ਲਈ? ਇਹ ਦੇਖੋ ਮਹਾਰਾਜ ਹੁਣ ਸੁਣਾਉਣਗੇ ਸਾਨੂੰ। ਸਹਿਜੇ ਆਏ ਹੁਕਮ ਸਦਾਏ, ਨਾਨਕ ਸਦਾ ਰਜ਼ਾਏ। ਦੇਖੋ ਮਹਾਰਾਜ, ਇਹ ਸਹਿਜ ਸ਼ਬਦ ਜਿਹੜਾ ਹੈ ਬਹੁਤ ਹੀ ਡੂੰਘਾ ਸ਼ਬਦ ਹੈ। ਇਹਦੀ ਅਸੀਂ ਵਿਚਾਰ ਵਿੱਚ ਉਤਰੀਏ ਤਾਂ ਅਨੇਕਾਂ ਹੀ ਦਰਸ਼ਨ ਹਨ। ਇੱਕ ਭਾਵ ਨਾਲ ਇਹ ਉਹ ਅਵਸਥਾ ਹੈ ਜਿੱਥੇ ਸਭ ਕੁਝ ਹੋ ਰਿਹਾ ਹੈ, ਮੈਂ ਤਾਂ ਕੇਵਲ ਐਕਸਪੀਰੀਅੰਸ ਕਰ ਰਹਾ। ਮਹਾਰਾਜ ਕਹਿੰਦੇ ਨੇ ਸਹਿਜੇ ਆਏ। ਇਹ ਜਿਹੜਾ ਪ੍ਰੇਮ ਹੈ, ਇਹ ਜਿਹੜਾ ਆਨੰਦ ਹੈ, ਇਹ ਤਾਂ ਆ ਗਿਆ ਹੈ, ਬਸ ਮੈਨੂੰ ਕੁਝ ਕਰਨ ਦੀ ਲੋੜ ਨਹੀਂ ਹੈ। ਮਹਾਰਾਜ ਸ਼ਬਦ ਨਾਲ ਸਾਂਝ ਪਾਵਾਂਗੇ ਤਾਂ ਇਹ ਅਵਸਥਾ ਆਪਣੇ ਸਿੱਖ ਨੂੰ ਗੁਰੂ ਸਮਝਾ ਰਹੇ ਹਨ, ਇਹ ਅਵਸਥਾ ਕਮਾਈ ਜਾ ਸਕਦੀ ਹੈ। ਇਸ ਤਰ੍ਹਾਂ ਨਾ ਕਹੀਏ ਕਿ ਇਹ ਕਿਸੇ ਸੰਤ ਦਾ ਕੰਮ ਹੀ ਹੈ, ਇਹ ਹਰ ਇੱਕ ਦੇ ਵਿੱਚ ਪੋਟੈਂਸ਼ੀਅਲ ਹੈ। ਅਸੀਂ ਸਾਰੇ ਇਹਦੇ ਪਾਤਰ ਹੋ ਸਕਦੇ ਹਾਂ। ਮਹਾਰਾਜ ਸਾਨੂੰ ਕਹਿੰਦੇ ਹਨ ਸਹਿਜੇ ਆਏ। ਇਹ ਤਾਂ ਬਸ ਇੱਕ ਬੁੱਧਿਜ਼ਮ ਵਿੱਚ, ਜ਼ੈਨ ਬੁੱਧਿਜ਼ਮ ਵਿੱਚ ਬੜਾ ਪਿਆਰਾ ਸ਼ਬਦ ਹੈ, ਮੈਨੂੰ ਬਹੁਤ ਅੱਛਾ ਲੱਗਦਾ ਹੈ। ਜ਼ਾਜ਼ੈਨ, ਜਸਟ ਸਿਟਿੰਗ, ਲਿਟਰਲੀ ट्रांसलेट करो जस्ट सिटिंग। और कई बार मैं इमेजिन करता कि बस बैठ गया और लीन हो गया। ਇਹੋ ਜਿਹੀ ਵੀ ਅਵਸਥਾ ਕਿਸੇ ਦੀ ਹੋਏਗੀ। ਮਹਾਰਾਜ ਇਸ ਅਵਸਥਾ ਵੱਲ ਸਾਨੂੰ ਇਸ਼ਾਰਾ ਕਰਦੇ ਹਨ ਕਿ ਨਿਰੰਕਾਰ ਦਾ ਐਕਸਪੀਰੀਅੰਸ, ਉਸਨੂੰ ਅਸੀਂ ਆਨੰਦ ਕਹਿ ਲਈਏ ਤਾਂ ਬੜਾ ਅੱਛਾ ਲੱਗਦਾ ਹੈ, ਔਰ ਝੂਠ ਵੀ ਨਹੀਂ ਹੈ। ਬਾਣੀ ਸਾਨੂੰ ਕਹਿ ਰਹੀ ਹੈ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਗੁਰੂ ਦਾ ਇੱਕ ਹੋਰ ਦਰਸ਼ਨ ਆਨੰਦ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਇਸ ਗੁਰੂ ਨੂੰ ਜਾਣਨਾ ਹੈ ਨਾ ਮਹਾਰਾਜ। ਕੋਈ ਕਿਸੇ ਸਰੀਰ ਵਾਲੇ ਗੁਰੂ ਦੀ ਕੀ ਲੋੜ ਹੈ ਸਾਨੂੰ? ਸ਼ਬਦ ਨੂੰ ਜਾਣਨਾ ਹੈ। ਸ਼ਬਦ ਗੁਰੂ ਨਾਲ ਵਾਹ ਪਾਣਾ ਹੈ। ਸ਼ਬਦ ਗੁਰੂ ਨਾਲ ਅਸੀਂ ਜੀਵਨ ਵਿੱਚ ਉਤਰਨਾ ਹੈ। ਅਸੀਂ ਇੱਕ ਚੀਜ਼ ਇਹ ਆਪਣੇ ਜੀਵਨ ਵਿੱਚ ਬੰਨ੍ਹ ਲਈਏ, ਜੀਵਨ ਬਦਲ ਗਿਆ, ਸਭ ਕੁਝ ਬਦਲ ਗਿਆ। ਸਵੇਰ ਜਦੋਂ ਉੱਠ ਕੇ ਇਸ਼ਨਾਨ ਕਰੀਏ ਤੇ ਬੈਠ ਕੇ ਮੂਲ ਮੰਤਰ ਵਿੱਚ ਸਾਰੀ ਦੁਨੀਆ ਭੁੱਲ ਜਾਈਏ ਤਾਂ ਬਦਲ ਗਿਆ ਸਭ ਕੁਝ। ਜੀਵਨ ਦੇ ਸੁੱਖ ਦੁੱਖ ਤਾਂ ਚੱਲਣਗੇ, ਪਰ ਲੱਗਦਾ ਮੈਨੂੰ ਇਹ ਹੈ ਕਿ ਨਾਲ ਇੱਕ ਆਨੰਦ ਵੀ ਚੱਲੇਗਾ। ਜਿਵੇਂ ਅੰਤਰ ਝਾਕੀ ਮਾਰ ਲਈ ਥੋੜੀ ਤਾਂ ਆਨੰਦ ਆ ਗਿਆ। ਇਹ ਤਾਂ ਗੁਰੂ ਹੈ, ਇਹੀ ਤਾਂ ਗੁਰੂ ਹੈ। ਰੋਗ ਸੋਗ ਸਭ ਮਿਟ ਗਏ, ਨਿਤ ਨਵਾਂ ਨਿਰੋਆ, ਔਖਦ ਆਏ ਰਾਸ ਵਿੱਚ ਆਪ ਖਲੋਆ। ਇਹ ਨਾਮ ਹੈ ਮਹਾਰਾਜ। ਅਸੀਂ ਕਿਸ ਲਈ ਇਸ ਬਾਣੀ ਨਾਲ ਸਾਂਝ ਪਾਉਣ ਦੀ ਕੋਸ਼ਿਸ਼ ਕਰਦੇ ਹਾਂ?
ताकि असी बदल जाइए, मन बदल जाए, मन के तत्त ज्ञान ਨੂੰ जान ਲਈਏ। यही तो कारण है ना। सब कुछ मंग सकते हैं असी सत तो, और जो मंगांगे जीवन उस पर टुरना शुरू हो जाएगा। पर एक गल समझनी जरूरी है कि सिवाय नाम तो, शब्द गुरु तो जो भी मंगांगे वो सब दुख वल ही जाएगा। ये बहुत जरूरी है समझना, क्योंकि असी दुख ही मंगते रहते हैं, समझते है हाँ कि असी सुख मंग रहे हैं, लगता सानू यह है कि सुख मंगते पे हैं, पर असी दुख ही मंगते रहते हैं। शुगर कोटेड पिल। महाराज कहते हैं बिना करे आ गया है भाई, सहजे आए हुक्म सिधाए। हुक्म, अगेन दिस इज वेरी पावरफुल एंड मल्टी डायमेंशनल वर्ड। हुक्म की गल चल करना शुरू करिए, शायद 2 घंटे निकल जाएंगे। हुक्म सिधाए, हुक्म ਉਹਦੇ ਨਾਲ ਜਦੋਂ जुड़ गए, मेरा मन नहीं रहा, ਉਹਦਾ मन ही रह गया, वही हुक्म है। नाम हुक्म है, आनंद हुक्म है, प्रेम हुक्म है। मैं हंकार तो परे चले जावां, सब कुछ हुक्म है। महाराज कहते हैं ਉਹਦੇ सत ਦੇ ਵਿੱਚ मैं लीन हो जाता हाँ, ਉਹਦੇ हुक्म ਵਿੱਚ लीन हो जाता हाँ। मैं नहीं रहिंदा, वही रहिंदा है। नानक सदा रजाए। देखो कितना प्यारा शब्द है, सदा। ਜਿਹੜੀ चीज़ डायमेंशन समय के अंदर है वो तो निरंकार सदा चेंजिंग है, वो तो एवर चेंजिंग है, और वो निरंकार की रिफ्लैक्शन है, निरंकार नहीं है। इस करके समय के अंदर जिहड़ा सुख भी दिखता है वो कल नूं दुख विच पलटी हो जाएगा। एक क्रेटो का सोक्रेटिस का बड़ा प्यारा डायलॉग है 39 BC का, कदे पढ़ना, उन्होंने द्वैत की गल करता है। वो लास्ट डेज ऑफ सोक्रेटिस, बड़ी छोटी जी किताब है। बड़ा बली पुरुष सोक्रेटिस। सवेरे उन्हें मरना है, जहर लेना है, तो अपने दोस्त नूं समझा रहा है, तू मौत तो डरदा है, फिर तू मौत नूं जानिया नहीं है। हर मौत एक नवा जीवन है, और मैं तो तैयारी च हाँ। कहता जोएस आई सी मेरी सुपने विच राती, कह रही सी कि तैयारी है मेरी। शी अवेट्स मी अक्रॉस द रिवर, जीवन दे पार। असी ये आनंद दे दरवाजे अगर खोल लईए तो फिर मौत भी सेलिब्रेशन हो जाएगी। जिस मरने ते जग डरे, मेरे मन आनंद। भगत कबीर धन है महाराज। मरने ही ते पाइए पूर्ण परम आनंद। क्यों बदेहन ना हुण जिहड़ी देह दी रोक है, सुरत वो भी नहीं रही। तो अगर यह प्रश्न पूछिए कि ब्रह्म ज्ञानी शरीर छड़ के की करता है, आनंद रूप हो जाता है। कित्थे जाता है? सब जगह ते सृष्टि विच निरंकार हाजिर है, जाना कित्थे है? इस जगह में समा जाता है। इस करते गुरु सदा हाजिर है। गुरु नानक साहब निराकार रूप विच सदा हाजिर है। असी जदों ध्यान धरते हैं उन्हां दा तां साकार रूप विच प्रगट हो जाते हैं, किधरे गए नहीं हैं। अज उन्हां दी बाणी विचारते हैं, उन्हां दे नाल बैठे हैं। अगे साहिब की कहते हैं, आसन बैसन थिर नारायण, ऐसी गुरमत पाए। आसन स्टेबिलिटी, बैसन बैठे, स्टेबल, प्रेजेंट, पावर प्रेजेंट, बैसन इन द प्रेजेंट, हाजिर है वो,
ਬਾਸਣ। ਥਿਰ ਨਾਰਾਇਣ, ਨਾਰਾਇਣ ਥਿਰ ਹੈ। ਉਹਨੂੰ ਕਦੇ, ਜਿਹੜਾ ਹਰ ਜਗ੍ਹਾ ਹਾਜ਼ਰ ਹੈ, ਉਹ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਕਿਉਂ ਜਾਏਗਾ? ਉਹ ਤਾਂ ਹਰ ਜਗ੍ਹਾ ਉਹੀ ਹੈ। ਉਹਦੀ ਪ੍ਰੈਜ਼ੈਂਸ ਹੈ, ਉਹਦੀ ਪਾਵਰ ਹੈ। ਥਿਰ ਨਾਰਾਇਣ ਸਟੇਬਲ ਹੈ। ਇਸ ਜੀਵਨ ਵਿੱਚ ਤੇ ਸਦਾ ਇਨਸਟੇਬਿਲਿਟੀ ਹੈ। ਪੈਂਡੇਮਿਕ ਆ ਗਿਆ, ਸਭ ਕੁਝ ਉੱਧਰ ਉੱਧਰ ਹੋ ਗਿਆ। ਐਸੀ ਗੁਰਮਤਿ ਪਾਏ, ਗੁਰੂ ਨੇ ਐਸੀ ਮਤ ਮੈਨੂੰ ਦਿੱਤੀ ਹੈ। ਐਸੀ ਗੁਰਮਤਿ ਪਾਏ, ਇਹ ਮਤ ਮੈਨੂੰ ਗੁਰੂ ਨੇ ਦਿੱਤੀ ਹੈ। ਦੇਖੋ, ਸਿੱਧਾ ਨੂੰ ਗੁਰੂ ਨਾਨਕ ਸਾਹਿਬ ਨਿਰੰਕਾਰ ਦੀ ਗੱਲ ਕਰਦੇ ਹਨ। ਸਾਨੂੰ ਸਾਡੇ ਜੀਵਨ ਬਾਰੇ ਸਮਝਾ ਰਹੇ ਹਨ। ਮੈਨੂੰ ਇਹਦੇ ਤੋਂ ਸਿੱਖਿਆ ਮਿਲ ਜਾਏ, ਮੈਂ ਆਪਣੇ ਜੀਵਨ ਨੂੰ ਬਦਲ ਸਕਾਂ। ਇਹੀ ਤਾਂ ਲੋੜ ਹੈ ਨਾ। ਗੁਰਮੁਖ ਬੂਝੇ ਆਪ ਪਛਾਣੇ। ਦੇਖੋ, ਤਤ ਗਿਆਨ ਦੀ ਗੱਲ ਹੈ ਮਹਾਰਾਜ। ਇਹ ਜਿਹੜੀ ਬੰਦ ਹੈ ਲਾਸਟ, ਇਹਦੇ ਵਿੱਚ ਰਿਵੀਲ ਕਰ ਰਹੇ ਹਨ ਜਾਣਾ ਕਿੱਥੇ ਹੈ। ਉਹ ਕਹਿੰਦੇ ਨੇ ਆਪ ਪਛਾਣੇ, ਆਪਣੇ ਅੰਤਰ ਵਿੱਚ ਜਾਣਾ ਹੈ। ਉਹਨੂੰ ਜਾਣਨਾ ਹੈ ਜਿਹੜੇ ਆਪਣੇ ਅੰਤਰ ਬੈਠਾ ਹੈ। ਗੁਰਮੁਖ ਬੂਝੇ, ਬੂਝੇ ਰਿਅਲਾਈਜ਼ ਕਰੇ। ਗੁਰਮੁਖ ਜਿਹੜਾ ਗੁਰੂ ਵੱਲ ਮੁਖ ਕਰੇਗਾ, ਯਾਨੀ ਗੁਰੂ ਦੇ ਸ਼ਬਦ ਨਾਲ ਸਾਂਝ ਪਾਏਗਾ, ਗੁਰੂ ਨੂੰ ਪ੍ਰੇਮ ਨਾਲ, ਸ਼ਬਦ ਨੂੰ ਗੁਰੂ ਦੇ ਪ੍ਰੇਮ ਨਾਲ ਮਨ ਵਿੱਚ ਬਿਠਾਏਗਾ, ਉਹ ਗੁਰਮੁਖ ਬੂਝ ਲਏਗਾ, ਰਿਅਲਾਈਜ਼ ਕਰ ਲਏਗਾ। ਕਿਸ ਤਰ੍ਹਾਂ? ਆਪਣੇ ਅੰਤਰ ਵਿੱਚ ਹੀ ਸਾਰੇ ਕਿਵਾੜ ਖੁੱਲ੍ਹ ਜਾਣਗੇ। ਇਹ ਆਨੰਦ ਵੀ ਦੇ ਅੰਦਰ ਹੀ ਹੈ, ਬਾਹਰ ਨਹੀਂ ਹੈ। 11ਵੀਂ ਡਾਇਰੈਕਸ਼ਨ ਕਹਿੰਦੇ ਨੇ ਸੂਫੀਆਂ ਨੂੰ। ਗੁਰਮੁਖ ਬੂਝੇ, ਦਿਸ ਇਜ਼ ਦ ਮੈਥਡ। ਇਹ ਜਿਹੜੀ ਸਟੇਟ ਆਫ ਬੀਇੰਗ 3 ਪਦਾਂ ਵਿੱਚ ਦੱਸ ਰਹੇ ਹਨ ਕਿ ਨਿਰੰਕਾਰ ਕੀ ਹੈ, ਕਿਸ ਤਰ੍ਹਾਂ ਹੈ, ਕਿੱਥੇ ਹੈ, ਫਿਰ ਉਹਨੂੰ ਜਾਣਨਾ ਕਿਵੇਂ ਹੈ। ਕਰਨ ਵਾਸਤੇ ਆਪ ਪਛਾਣੇ, ਆਪਣੇ ਅੰਤਰ ਨੂੰ ਪਛਾਣੇ, ਆਪਣੇ ਮਨ ਦੀ ਉਸ ਅਵਸਥਾ ਨੂੰ ਜਾਣ ਲਏ ਜਿਹੜਾ ਆਨੰਦ ਨਾਲ, ਪ੍ਰੇਮ ਨਾਲ ਭਰਿਆ ਹੋਇਆ ਹੈ। ਭਾਈ ਦੇਖੋ, ਜੇ ਅਸੀਂ ਸਾਰੇ ਇਸ ਕਾਰਜ ਵੱਲ ਲੱਗ ਜਾਈਏ ਤਾਂ ਦੁਨੀਆ ਬਦਲ ਜਾਏ। ਅੱਜ ਪ੍ਰੇਮ ਦੀ ਕਿੰਨੀ ਘਾਟ ਹੈ। ਜੇ ਅੰਤਰ ਵਿੱਚ ਲੋਕ ਪ੍ਰੇਮ ਨੂੰ ਜਾਣ ਲੈਣ ਤਾਂ ਦੂਸਰੇ ਨੂੰ ਕਿਉਂ ਦੋਸ਼ ਦੇ ਕੇ ਮਾਰਨ? ਦੂਸਰੇ ਨੂੰ ਕਿਉਂ ਸਬਜੂਗੇਟ ਕਰਨ? ਦੂਸਰੇ ਤੋਂ ਕਿਉਂ ਚੋਰੀ ਕਰਨ? ਲੋੜ ਤਾਂ ਇਸ ਪ੍ਰੇਮ ਨੂੰ ਫੈਲਾਉਣ ਦੀ ਹੈ। ਪਰ ਫੈਲਾ ਕੌਣ ਸਕਦਾ ਹੈ? ਜਿਹੜਾ ਆਪ ਜਾਣਦਾ ਹੋਏ। ਮੇਰੇ ਵਰਗਾ ਥੋੜੀ ਕੋਈ ਜਾਣ ਸਕਦਾ ਹੈ। ਮੈਂ ਤੇ ਸਿਰਫ ਗੱਲਾਂ ਹੀ ਕਰਦਾ ਹਾਂ। ਅਸੀਂ ਯਤਨ ਕਰੀਏ, ਆਪਣੇ ਅੰਤਰ ਨੂੰ ਜਾਈਏ, ਸ਼ਬਦ ਨਾਲ ਸਾਂਝ ਪਾਈਏ। ਸ਼ਬਦ ਗੁਰੂ ਹੈ। ਆਪਣੇ ਆਪ ਨੂੰ ਪਛਾਣਾਂਗੇ ਤਾਂ ਹੀ ਅਸੀਂ ਜਾਣਾਂਗੇ। ਫਿਰ ਕੀ ਹੋਏਗਾ? ਮਹਾਰਾਜ ਕਹਿੰਦੇ ਨੇ ਸੱਚੇ ਸੱਚ ਸਮਾਏ। ਸੱਚ ਦੇ ਵਿੱਚ ਸਮਾ ਜਾਵਾਂਗੇ। ਸੱਚ ਤੋਂ ਕੀ ਭਾਵ ਹੈ? ਨਿਰੰਕਾਰ, ਗੋਡ, unchanging, ever stable, only truth, always the same. ਸੱਚੇ ਸੱਚ ਸਮਾਏ। ਮਹਾਰਾਜ ਧੰਨਵਾਦ ਕਰੀਏ ਗੁਰੂ ਨਾਨਕ ਸਾਹਿਬ ਦਾ। ਸਾਨੂੰ ਉਹ ਉਪਦੇਸ਼ ਦੇ ਰਹੇ ਹਨ ਜਿਹੜਾ ਜੀਵਨ ਬਦਲੀ ਕਰਦੇ। ਗੱਲ ਤਾਂ ਸਿੱਧਾਂ ਦੀ ਕਿਧਰੇ ਸੁਮੇਰ ਪਰਬਤ ਦੀ ਹੈ, ਪਰ ਆਪਣੇ ਸਿੱਖ ਲਈ ਬਾਣੀ ਵਿੱਚ ਦਰਜ ਕਰਕੇ ਦੱਸ ਰਹੇ ਹਨ। ਮੈਂ ਆਪ ਲੋਕਾਂ ਤੋਂ ਮਾਫੀ ਵੀ ਚਾਹੁੰਦਾ ਹਾਂ ਕਿ ਬੜਾ ਬੇਸਮੇਂ ਵਿੱਚ ਇਹ ਸਾਰਾ ਸੈਸ਼ਨ ਕਰਦੇ ਹਾਂ। ਪਰ ਗੱਲ ਕੀ ਹੈ, ਮਾਈਂਡ ਫਰੀ ਨਹੀਂ ਹੁੰਦਾ ਸਾਰਾ ਦਿਨ 'ਚ। ਅੱਜ ਦੀ ਇਹਨਾਂ ਦੋਨਾਂ ਪੌੜੀਆਂ ਦੀ ਵਿਚਾਰ ਆਪ ਪ੍ਰਵਾਨ ਕਰਨਾ ਮਹਾਰਾਜ। ਜੇ ਇਹਦੇ 'ਚ ਕੋਈ ਸੁਧਾਰ ਕਰਨਾ ਚਾਹੇ, ਮੋਸਟ ਵੈਲਕਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।